ਸੋਇ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ ਆਉਧ ਕਟਤ ਹੈ ਨੀਤ। ਜਿਹ ਸਿਮਰਤ ਗਤ ਪਾਈਐ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਮੁਕਤ ਭੁਗਤ ਜੁਗਤ ਦੇ ਦਾਤੇ ਸਾਰੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠੇ ਹੋ। ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਗੁਰਪੁਰਬ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਅਸੀਂ ਹਰ ਰੋਜ਼ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਹੁਤ ਬੈਰਾਗ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਬੜੀ ਸੇਧ ਹੈ। ਜਿਵੇਂ ਕਿਵੇਂ ਵੀ ਹੈ, ਮਨੁੱਖ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੋੜਨ ਦਾ ਪੂਰਾ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਕਿਵੇਂ ਬੰਦੇ ਨੇ ਵਾਹਿਗੁਰੂ ਜੀ ਦੇ ਨਾਲ ਜੁੜਨਾ ਹੈ, ਉਸ ਵਾਹਿਗੁਰੂ ਜੀ ਦੀਆਂ ਦਾਤਾਂ ਮਹਾਰਾਜ ਸਾਨੂੰ ਚੇਤੇ ਕਰਵਾ ਰਹੇ ਹਨ। ਸੰਗਤ ਜੀ, ਆਪ ਜੀ ਸ਼ਲੋਕਾਂ ਦੀ ਕਥਾ ਸਰਵਣ ਕਰ ਰਹੇ ਹੋ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਕੱਲ ਆਪ ਜੀ ਨੇ ਸਰਵਣ ਕੀਤਾ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਸਾਡੀ ਝੋਲੀ ਵਿੱਚ ਬਚਨ ਪਾਏ, ਭਾਈ ਸਿੱਖਾ, ਜਿਸ ਵਾਹਿਗੁਰੂ ਨੇ ਤੈਨੂੰ ਸਰੀਰ ਦਿੱਤਾ ਹੈ, ਜਿਸ ਵਾਹਿਗੁਰੂ ਨੇ ਤੈਨੂੰ ਧਨ ਦਿੱਤਾ ਹੈ, ਜਿਸ ਵਾਹਿਗੁਰੂ ਨੇ ਸਾਰੇ ਸੁੱਖ ਦਿੱਤੇ ਹੈ, ਬੰਦਿਆ ਮਨ ਕਰਕੇ ਸੁਣ। ਮਹਾਰਾਜ ਕਹਿੰਦੇ ਮਨ ਕਰਕੇ। ਕੀ ਜਦੋਂ ਤੂੰ ਉਹਦਾ ਨਾਮ ਜਪੇਂਗਾ ਫਿਰ ਤੇਰੀ ਗਤੀ ਹੋਏਗੀ। ਮਹਾਰਾਜ ਕਹਿਣ ਲੱਗੇ ਤੇਰੀ ਗਤ ਮਰਨ ਤੋਂ ਬਾਅਦ ਤੇਰਾ ਭਲਾ ਹੋਏਗਾ। ਮਹਾਰਾਜ ਕਹਿਣ ਲੱਗੇ ਜਿਸ ਵਾਹਿਗੁਰੂ ਨੇ ਇੱਥੇ ਸੁੱਖ ਦਿੱਤੇ ਹੈ, ਨਾਮ ਜਪ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ। ਮਹਾਰਾਜ ਕਹਿੰਦੇ ਅੱਗੇ ਵੀ ਉਹ ਵਾਹਿਗੁਰੂ ਸੁੱਖ ਦੇਵੇਗਾ। ਸੋ ਹੁਣ ਆਪਾਂ ਅੱਜ ਦੇ ਸ਼ਲੋਕ ਜਿਹੜੇ ਹਨ ਉਹ ਸਰਵਣ ਕਰਨੇ ਹਨ। ਮਹਾਨ ਬੈਰਾਗ ਵਾਲੀ ਬਾਣੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ। ਦਿੱਲੀ ਦੇ ਵਿੱਚ ਜਦੋਂ ਮਹਾਰਾਜ ਨਰੰਗੇ ਦੁਸ਼ਟ ਦੀ ਕੈਦ ਵਿੱਚ ਸਨ, ਉੱਥੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸ਼ਲੋਕਾਂ ਨੂੰ ਉਚਾਰਨ ਕਰਨਾ ਕੀਤਾ। ਮਹਾਰਾਜ ਜੀ ਨੇ ਉੱਥੇ ਇਹ ਸ਼ਲੋਕ ਉਚਾਰੇ ਹਨ, ਜਿਸ ਵਿੱਚ ਮਨੁੱਖ ਨੂੰ ਬਹੁਤ ਵੱਡਾ ਬੈਰਾਗ, ਭਜਨ, ਬੰਦਗੀ, ਸੇਵਾ, ਸਿਮਰਨ ਅਤੇ ਸ਼ੁਭ ਗੁਣਾਂ ਦੇ ਨਾਲ ਮਹਾਰਾਜ ਜੋੜਦੇ ਹੈ। ਆਓ ਸਰਵਣ ਕਰੀਏ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਮਹਾਰਾਜ ਕਹਿੰਦੇ ਸਿੱਖਾ,
ਜਿਸ ਵਾਹਿਗੁਰੂ ਨੂੰ ਸਿਮਰ ਕੇ ਤੈਨੂੰ ਗਤੀ ਦੀ ਪ੍ਰਾਪਤੀ ਹੋਣੀ ਹੈ। ਗਤ ਦਾ ਅਰਥ ਦੋ ਕੀਤਾ ਹੈ ਗੁਰਮੁਖਾਂ ਨੇ। ਇੱਕ ਗਤ ਮੰਨਿਆ ਜਾਂਦਾ ਹੈ ਅਵਸਥਾ ਨੂੰ, ਚਾਲ ਨੂੰ। ਇੱਕ ਗਤ ਮੰਨਦੇ ਆ ਮਰਨ ਤੋਂ ਬਾਅਦ ਗਤੀ ਬਾਰੇ। ਮਰਨ ਤੋਂ ਬਾਅਦ ਗਤੀ ਬਾਰੇ ਵੱਖ ਵੱਖ ਧਰਮਾਂ ਦੇ ਵਿੱਚ ਬੜਾ ਬੜਾ ਭੁਲੇਖਾ ਪਾਇਆ ਜਾਂਦਾ ਹੈ ਸਾਧ ਸੰਗਤ ਜੀ। ਹਿੰਦੂ ਧਰਮ ਦੇ ਵਿੱਚ ਇਹ ਮਾਨਤਾ ਮੰਨੀ ਜਾਂਦੀ ਹੈ ਵੀ ਹਰਿਆਣੇ ਦੇ ਵਿੱਚ ਪਿਹੋਵਾ ਹੈ, ਪਿਹੋਵਾ। ਜਿਹੜਾ ਬੰਦਾ ਧਰਤੀ 'ਤੇ ਮਰ ਜਾਵੇ ਕਹਿੰਦੇ ਉਹਦੀ ਤੇ ਗਤੀ ਹੋ ਜਾਂਦੀ ਹੈ, ਪਰ ਜਿਹੜਾ ਮੰਜੇ 'ਤੇ ਮਰਦਾ ਹੈ ਨਾ ਉਹਦੀ ਗਤੀ ਨਹੀਂ ਹੁੰਦੀ ਕਹਿੰਦੇ। ਅਤੇ ਜੇ ਉਹਦੀ ਗਤੀ ਕਰਾਉਣੀ ਹੋਵੇ ਕਹਿੰਦੇ ਫਿਰ ਪਿਹੋਵੇ ਜਾਓ, ਉੱਥੇ ਉਹਦੇ ਨਾਮ ਦਾ ਦਾਨ ਪੁੰਨ ਕਰੋ ਅਤੇ ਵਿਸ਼ੇਸ਼ ਤਰ੍ਹਾਂ ਦਾ ਕੋਈ ਪ੍ਰਸ਼ਾਦ ਹੁੰਦਾ ਉਹ ਪ੍ਰਸ਼ਾਦ ਦਾ ਦਾਨ ਕਰੋ। ਅਤੇ ਜੇ ਉਹ ਪ੍ਰਸ਼ਾਦ ਕਾਵਾਂ ਨੇ ਖਾ ਲਿਆ ਤਾਂ ਸਮਝੋ ਉਹਦੀ ਗਤੀ ਹੋ ਗਈ ਹੈ। ਆਮ ਤੌਰ 'ਤੇ ਗਤ ਨੂੰ ਇਹੋ ਹੀ ਸਮਝਿਆ ਜਾਂਦਾ ਹੈ। ਬਹੁਤ ਰੂਹਾਂ ਐਸੀਆਂ ਹਨ ਸਾਧ ਸੰਗਤ ਜੀ ਜਿਹੜੀਆਂ ਮਰਨ ਤੋਂ ਬਾਅਦ ਟਿਕਾਣੇ ਨਹੀਂ ਲੱਗਦੀਆਂ, ਮਰਨ ਤੋਂ ਬਾਅਦ ਪ੍ਰੇਤ ਬਣ ਕੇ ਭਟਕਦੀਆਂ ਰਹਿੰਦੀਆਂ ਹਨ। ਇੱਕ ਨਹੀਂ ਬਹੁਤ ਰੂਹਾਂ ਹਨ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਪਸ਼ਟ ਬਾਣੀ ਵਿੱਚ ਲਿਖਿਆ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ। ਮਹਾਰਾਜ ਕਹਿੰਦੇ ਕਈ ਕਰੋੜਾਂ ਪ੍ਰੇਤ ਬਣੇ ਫਿਰਦੇ ਆ ਜਿਨ੍ਹਾਂ ਦੀ ਸਾਧ ਸੰਗਤ ਦੀ ਗਤੀ ਨਹੀਂ ਹੁੰਦੀ। ਮਰਨ ਤੋਂ ਬਾਅਦ ਪ੍ਰੇਤ ਬਣ ਕੇ ਭਟਕਦੇ ਫਿਰਦੇ ਆ। ਕਈ ਪ੍ਰੇਤ ਸਾਧ ਸੰਗਤ ਜੀ ਦੂਜਿਆਂ ਨੂੰ ਤੰਗ ਕਰਦੇ ਆ, ਕਈ ਆਪ ਹੀ ਬਹੁਤ ਦੁਖੀ ਹੁੰਦੇ ਆ। ਔਰ ਗੁਰੂ ਸਾਹਿਬ ਜੀ ਬਾਣੀ 'ਚ ਕਿਰਪਾ ਕਰਦੇ ਆ, ਪ੍ਰੇਤ ਪਿੰਜਰ ਮਹਿ ਦੁਖ ਘਨੇਰੇ। ਪ੍ਰੇਤ ਦੀ ਜਿਹੜੀ ਅਵਸਥਾ ਹੈ ਨਾ, ਪ੍ਰੇਤ ਦੀ ਅਵਸਥਾ 'ਚ ਬਹੁਤ ਦੁੱਖ ਮਿਲਦੇ ਆ, ਬਹੁਤ ਦੁੱਖ ਮਿਲਦੇ ਆ। ਔਰ ਹਜ਼ਾਰਾਂ ਹਜ਼ਾਰਾਂ ਸਾਲ, 10-10 ਹਜ਼ਾਰ ਸਾਲ ਪ੍ਰੇਤ ਬਣ ਕੇ ਬੰਦਾ ਤੁਰਿਆ ਫਿਰਦਾ, ਗਤੀ ਨਹੀਂ ਹੁੰਦੀ ਸਾਧ ਸੰਗਤ ਜੀ। ਗਤੀ ਕਰਾਉਣ ਵਾਸਤੇ ਇਹ ਮਤ ਸਮਝੀਏ ਵੀ ਕਾਵਾਂ ਨੇ ਪ੍ਰਸ਼ਾਦ ਖਾ ਲਿਆ ਅਤੇ ਬੰਦੇ ਦੀ ਗਤੀ ਹੋ ਗਈ। ਗਤੀ ਕਰਾਉਣ ਵਾਸਤੇ ਇੱਕੋ ਹੀ ਚਾਂਸ ਹੈ, ਉਹ ਹੈ ਮਨੁੱਖਾ ਜਨਮ। ਜਿਹਨੇ ਮਨੁੱਖਾ ਜਨਮ 'ਚ ਨਾਮ ਜਪ ਕੇ ਗਤ ਪ੍ਰਾਪਤ ਕਰ ਲਈ ਉਹਦੀ ਤੇ ਗਤ ਹੋ ਜਾਏਗੀ। ਜਿਹਨੇ ਮਨੁੱਖਾ ਜਨਮ 'ਚ ਨਾਮ ਨਹੀਂ ਜਪਿਆ ਉਹਦੀ ਫਿਰ ਗਤ ਨਹੀਂ ਹੁੰਦੀ। ਸੋ ਹਜ਼ੂਰ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ, ਫਿਰ ਪੜ੍ਹਦੇ ਹੋ, ਜਿਹ ਸਿਮਰਤ ਗਤ ਪਾਈਐ ਤੇਹ ਭਜ ਰੇ ਤੈ ਮੀਤ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਮੇਰੇ ਮਿੱਤਰਾ, ਜਿਸ ਵਾਹਿਗੁਰੂ ਨੂੰ ਜਪ ਕੇ ਤੇਰੀ ਗਤੀ ਹੋਣੀ ਹੈ, ਜਿਸ ਦਾ ਭਜਨ ਕਰਕੇ ਤੇਰੀ ਗਤ ਹੋਣੀ ਹੈ। ਕਿਉਂ ਮੈਂ ਅੱਗੇ ਵੀ ਬੜੀ ਬੜੀ ਬੇਨਤੀ ਕੀਤੀ ਹੈ, ਜਿਹੜਾ ਭਜਨ ਕਰਦਾ ਹੈ ਸਾਧ ਸੰਗਤ ਦੀ, ਫਿਰ ਜਮਾਂ ਦਾ ਰਾਹ ਵੀ ਉਹਦੇ ਵਾਸਤੇ ਸੁਖਾਲਾ ਹੋ ਜਾਂਦਾ ਹੈ। ਹਜ਼ੂਰ ਮਹਾਰਾਜ ਗਰੀਬ ਨਵਾਜ ਕਹਿੰਦੇ ਆ, ਇਸ ਕਰਕੇ ਤੂੰ ਉਹਦਾ ਭਜਨ ਕਰ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਸਿੱਖਾ ਮਨ ਕਰਕੇ ਇਸ ਗੱਲ ਨੂੰ ਸੁਣਨਾ ਕਰ। ਔਧ ਕਟਤ ਹੈ ਨੀਤ। ਹਰ ਰੋਜ਼, ਨੀਤ ਦਾ ਭਾਵ ਹੈ ਰੋਜ਼, ਹਰ ਰੋਜ਼ ਤੇਰੀ ਉਮਰ ਜਿਹੜੀ ਹੈ ਨਾ ਉਹ ਘਟ ਰਹੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ। ਬੰਦਾ ਜਨਮ ਦਿਨ ਮਨਾਉਂਦਾ ਸਾਲ ਬਾਅਦ, ਬੜੀਆਂ ਖੁਸ਼ੀਆਂ ਹੁੰਦੀਆਂ, ਚਾਅ ਹੁੰਦਾ। ਮਹਾਰਾਜ ਨੇ ਸਾਲ ਦੀ ਗੱਲ ਨਹੀਂ ਕੀਤੀ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪਿਆਰਿਆ, ਹਰ ਰੋਜ਼ ਦੇ ਹਿਸਾਬ ਨਾਲ ਤੇਰੀ ਜਿਹੜੀ ਉਮਰ ਹੈ ਨਾ ਉਹ ਘਟ ਰਹੀ ਹੈ। ਕਹਿਣ ਲੱਗੇ ਉਮਰ ਘਟ ਰਹੀ ਹੈ। ਮਨ ਕਰਕੇ ਸੁਣਨਾ ਕਰ, ਭਾਵ ਬਾਹਰੋਂ ਨਾ ਸੁਣ, ਮਨ ਕਰਕੇ ਸੁਣ। ਮਹਾਰਾਜ ਕਹਿਣ ਲੱਗੇ, ਉਸ ਵਾਹਿਗੁਰੂ ਦਾ ਭਜਨ ਕਰ ਤਾਂ ਤੇਰੀ ਗਤ ਹੋਵੇਗੀ। ਪਾਂਚ ਤਤ ਕੋ ਤਨ ਰਚਿਓ। ਹਜ਼ੂਰ ਮਹਾਰਾਜ ਕਹਿਣ ਲੱਗੇ, ਜਿਹੜਾ ਤੇਰਾ ਮਨੁੱਖਾ ਸਰੀਰ ਹੈ ਨਾ, ਇਹ 5 ਤੱਤਾਂ ਦਾ ਵਾਹਿਗੁਰੂ ਨੇ ਰਚਿਆ ਹੋਇਆ।
ਹਵਾ ਹੈ, ਹਵਾ ਆਕਾਸ਼, ਪ੍ਰਿਥਵੀ ਹੈ, ਪਾਣੀ ਹੈ, ਅਗਨੀ ਹੈ। ਪ੍ਰਿਥਵੀ ਦਾ ਤੱਤ ਮਿੱਟੀ ਹੈ। ਇਹਨਾਂ 5 ਤੱਤਾਂ ਦੀਆਂ ਫਿਰ 5 ਪ੍ਰਕਿਰਤੀਆਂ ਬਣਦੀਆਂ ਨੇ ਮਨੁੱਖ ਦਾ ਸਰੀਰ ਦੇ ਬਣਨ ਵਾਸਤੇ। ਮਹਾਰਾਜ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਭਾਈ 5 ਤੱਤ ਕੋ ਤਨ ਰਚਿਓ। ਕਿੰਨੇ ਰਚਨਾ ਰਚੀ ਹੈ? ਵਾਹਿਗੁਰੂ ਨੇ ਰਚੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਸ ਸੰਸਾਰ ਉੱਤੇ ਪਰਮੇਸ਼ਰ ਦੀਆਂ ਬੜੀਆਂ ਹੀ ਰਚਨਾਵਾਂ ਨੇ ਸੰਗਤ ਜੀ, ਪਰ ਚੇਤਾ ਰੱਖਿਓ ਸਭ ਤੋਂ ਸੋਹਣੀ ਜਿਹੜੀ ਰਚਨਾ ਹੈ ਨਾ, ਗੁਰਮੁਖ ਪਿਆਰੇ ਦੱਸਦੇ, ਕਹਿੰਦੇ ਸਭ ਤੋਂ ਸੋਹਣੀ ਰਚਨਾ ਮਨੁੱਖਾ ਸਰੀਰ ਦੀ ਹੈਗੀ ਹੈ ਜੀ। ਜੋ ਸਭ ਤੋਂ ਸੁੰਦਰ ਚੀਜ਼ ਹੈ ਉਹ ਮਨੁੱਖਾ ਸਰੀਰ ਬਣਾਇਆ ਵਾਹਿਗੁਰੂ ਨੇ। ਕਿਵੇਂ ਬਣਾਇਆ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ 5 ਤੱਤ ਜੋੜੇ ਆ। ਤੇਰੇ ਸਰੀਰ ਵਿੱਚ ਮਿੱਟੀ ਹੈ, ਹਵਾ ਹੈ, ਅਗਨੀ ਹੈ, ਪਾਣੀ ਹੈ, ਆਕਾਸ਼ ਦਾ ਤੱਤ ਹੈ। ਇਹ 5 ਤੱਤ ਇਕੱਠੇ ਹੋਏ ਆ ਤਾਂ ਸਰੀਰ ਬਣਿਆ। ਹਾਂਜੀ, ਜਾਨੋ ਚਤੁਰ ਸੁਜਾਨ। ਮਹਾਰਾਜ ਕਹਿਣ ਲੱਗੇ 5 ਤੱਤਾਂ ਨੂੰ ਰਚ ਕੇ ਸਰੀਰ ਬਣਾਉਣ ਵਾਲਾ ਕੌਣ ਹੈ? ਉਹ ਚਤੁਰ ਹੈ, ਚਤੁਰ, ਬੜਾ ਸਿਆਣਾ ਪਰਮੇਸ਼ਰ ਹੈ। ਮਹਾਰਾਜ ਕਹਿੰਦੇ, ਹੇ ਸਿਆਣਿਓ, ਬੜੇ ਤੁਸੀਂ ਸਿਆਣੇ ਹੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਇਸ ਗੱਲ ਨੂੰ ਪੱਕਾ ਜਾਣਨਾ ਕਰੋ, ਇਸ ਗੱਲ ਨੂੰ ਪੱਕਾ ਸਮਝ ਲਵੋ। ਜਿਹ ਤੇ ਉਪਜਿਓ ਨਾਨਕਾ, ਹਾਂਜੀ, ਲੀਨ ਤਾਹੇ ਮੈਂ ਮਾਨ। ਮਹਾਰਾਜ ਕਹਿਣ ਲੱਗੇ, ਇਹ ਸਰੀਰ ਜਿਹੜੇ 5 ਤੱਤਾਂ ਤੋਂ ਉਪਜਿਆ ਹੈ ਨਾ, ਅਖੀਰ ਫਿਰ 5 ਤੱਤਾਂ ਵਿੱਚ ਹੀ ਸਰੀਰ ਨੇ ਵਿਲੀਨ ਹੋ ਜਾਣਾ। ਕਿਵੇਂ ਹੋ ਜਾਣਾ? ਸਾਧ ਸੰਗਤ ਜੀ, ਮਹਾਰਾਜ ਬਾਣੀ ਵਿੱਚ ਕਹਿੰਦੇ ਆ ਨਾ, ਜਲ ਗਇਓ ਘਾਸ, ਰਲ ਗਇਓ ਮਾਟੀ। ਮਿੱਟੀ ਦਾ ਤੱਤ ਮਿੱਟੀ ਵਿੱਚ ਮਿਲ ਜਾਂਦਾ ਹੈ। ਜਿਹੜਾ ਸਰੀਰ ਦਾ ਅਗਨੀ ਦਾ ਤੱਤ ਹੈ ਨਾ, ਉਹ ਅੱਗ ਵਿੱਚ ਹੀ ਮਿਲ ਜਾਂਦਾ ਹੈ। ਹਵਾ ਦਾ ਤੱਤ ਹਵਾ 'ਚ ਮਿਲ ਜਾਂਦਾ ਹੈ। ਪਾਣੀ ਦਾ ਤੱਤ ਪਾਣੀ 'ਚ ਮਿਲ ਜਾਂਦਾ ਹੈ। ਆਕਾਸ਼ ਦਾ ਤੱਤ ਆਕਾਸ਼ 'ਚ ਮਿਲ ਜਾਂਦਾ ਹੈ। ਸਰੀਰ ਜਿਹੜਾ ਤੱਤਾਂ ਤੋਂ ਬਣਿਆ ਸੀਗਾ, ਮਹਾਰਾਜ ਕਹਿਣ ਲੱਗੇ ਤੱਤਾਂ ਵਿੱਚ ਵਿਲੀਨ ਹੋ ਜਾਂਦਾ ਹੈ। ਇਸ ਸ਼ਲੋਕ ਦੀ ਬੜੀ ਲੰਬੀ ਵਿਆਖਿਆ ਹੈ, ਜੇ ਕਰਨ ਤੇ ਬੰਦਾ ਆਵੇ ਜੀ। ਕਿਵੇਂ? ਬੰਦਾ ਕਹਿੰਦਾ ਹੱਥ ਮੇਰੇ ਹੈ, ਹੱਥ ਸਰੀਰ ਦੇ ਹਨ, ਬੰਦੇ ਦੇ ਨਹੀਂ ਹਨ। ਸਾਧ ਸੰਗਤ ਜੀ, ਹੱਥ ਕਿਹਦੇ ਆ? ਸਰੀਰ ਦੇ ਹਨ। ਮੈਂ ਹੱਥ ਨਹੀਂ ਹਾਂ, ਇਸ ਗੱਲ ਨੂੰ ਧਿਆਨ ਨਾਲ ਸਮਝਿਓ। ਹੱਥ ਮੇਰੇ ਹਨ, ਪਰ ਮੈਂ ਤੇ ਹੱਥ ਨਹੀਂ ਨਾ ਹੈਗਾ। ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਹੱਥ ਨਹੀਂ ਆ, ਹੱਥ ਮੇਰੇ ਨੇ। ਇਹਦਾ ਭਾਵ ਹੱਥ ਹੋਰ ਹੈ, ਮੈਂ ਹੋਰ ਹੈ। ਹੱਥ ਸਰੀਰ ਦੇ ਨੇ। ਸਰੀਰ ਕਾਹਦਾ ਹੈ? ਮਿੱਟੀ ਦਾ ਹੈ। ਇਹਦਾ ਮਤਲਬ ਹੱਥ ਸਰੀਰ ਦੇ ਵੀ ਨਹੀਂ, ਹੱਥ ਮਿੱਟੀ ਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਤੇ ਜਦੋਂ ਸਰੀਰ ਸੜ ਜਾਂਦਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪਿਆਰਿਆ, ਮਿੱਟੀ ਮਿੱਟੀ ਵਿੱਚ ਰਲ ਜਾਂਦੀ ਹੈ। ਜਿਹੜਾ ਪਾਣੀ ਹੈ ਖੂਨ ਰੂਪ, ਉਹ ਸਭ ਚਰਬੀ ਢਲ ਢੁਲ ਜਾਂਦੀ, ਲੱਭਦਾ ਹੀ ਕੁਛ ਨਹੀਂ ਜੀ। ਫਿਰ ਤੂੰ ਕੌਣ ਹੈ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, 5 ਤੱਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਤਨ ਜਿਸ ਤੋਂ ਉਪਜਿਆ ਸੀ, ਉਹਦੇ ਵਿੱਚ ਲੀਨ ਹੋ ਗਿਆ, ਤੱਤਾਂ 'ਚ ਤੱਤ ਰਲ ਗਏ। ਮਹਾਰਾਜ ਕਹਿੰਦੇ, ਤੇਰਾ ਕੀ ਬਣਿਆ? ਸਾਡਾ ਕੀ ਬਣਿਆ? ਸਾਡਾ ਕੀ ਬਣਨਾ? ਉਹਦੇ ਵਾਸਤੇ ਮਹਾਰਾਜ ਅੱਗੇ ਕਿਰਪਾ ਕਰਦੇ ਹਨ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ। ਮਹਾਰਾਜ ਕਹਿੰਦੇ, ਘਟ ਘਟ ਮੈਂ ਹਰ ਜੂ ਬਸੈ। ਘਟ ਘਟ ਵਿੱਚ
ਧਰਤੀ ਦੇ ਜਰੇ ਜਰੇ ਵਿੱਚ ਸ੍ਰੀ ਕਰਤਾ ਪੁਰਖ ਵਾਹਿਗੁਰੂ ਜੀ ਆਪ ਵਸੇ ਹੋਏ ਹਨ। ਸੰਤਨ ਕਹਿਓ ਪੁਕਾਰ, ਇਹੋ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹੋ ਗੱਲ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹੀ ਹੈ। ਸੰਤਨ ਕਹਿਓ ਪੁਕਾਰ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਸਾਰੇ ਪੁਕਾਰ ਪੁਕਾਰ ਕੇ ਇਹੋ ਕਹਿੰਦੇ ਆ, ਭਾਈ ਘਟਾਂ ਘਟਾਂ ਵਿੱਚ ਧਰਤੀ ਦੇ ਜਰੇ ਜਰੇ ਵਿੱਚ ਉਹ ਵਾਹਿਗੁਰੂ ਆਪ ਵਸਿਆ ਹੋਇਆ। ਸਾਧ ਸੰਗਤ ਜੀ ਇਹਦੇ ਤੇ ਬੜੇ ਪ੍ਰਮਾਣ ਹਨ। ਔਰ ਜਿੱਥੇ ਉਹ ਆਪ ਵਸਿਆ ਹੈ ਨਾ, ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਧਰਤ ਆਕਾਸ਼। ਮਹਾਰਾਜ ਕਹਿੰਦੇ ਧਰਤੀ ਹੋਵੇ ਆਕਾਸ਼ ਹੋਵੇ, ਹੇ ਮੇਰੀਏ ਜਿੰਦੇ ਜੋ ਤੈਨੂੰ ਦਿਸ ਰਿਹਾ ਸਾਰੇ ਵਾਹਿਗੁਰੂ ਦਾ ਨਾਮ ਜਪ ਰਹੇ ਹਨ। ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ 'ਚ ਪੰਕਤੀ ਹੈ। ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਸ ਪੰਕਤੀ ਦੀ ਕਥਾ ਕੀਤੀ ਜੀ। ਕਥਾ ਕਰਦਿਆਂ ਕਰਦਿਆਂ ਉਹਨਾਂ ਨੇ ਬਚਨ ਕੀਤਾ ਵੀ ਧਰਤੀ ਵੀ ਨਾਮ ਜਪ ਰਹੀ ਹੈ, ਆਕਾਸ਼ ਵੀ ਨਾਮ ਜਪ ਰਿਹਾ, ਕੰਧਾਂ ਵੀ ਨਾਮ ਜਪ ਰਹੀਆਂ ਨੇ। ਸਿੰਘਾਂ ਨੇ ਤਰਕ ਨਹੀਂ ਕੀਤੀ ਪਰ ਬੇਨਤੀ ਕੀਤੀ, ਮਹਾਂਪੁਰਖੋ ਜੇ ਕੋਈ ਸਾਨੂੰ ਪੁੱਛੇ ਵੀ ਕੰਧਾਂ ਕਿਵੇਂ ਨਾਮ ਜਪਦੀਆਂ ਤੇ ਅਸੀਂ ਕੀ ਆਖਾਂਗੇ? ਮਹਾਂਪੁਰਖ ਕਹਿਣ ਲੱਗੇ ਤੁਹਾਡੀ ਗੱਲ ਠੀਕ ਹੈ, ਚੇਤਾ ਰੱਖਿਓ ਸੰਗਤ ਜੀ, ਮੇਰੇ ਵਰਗੇ ਗੱਲਾਂ ਹੀ ਕਰ ਸਕਦੇ ਆ, ਜਿਨ੍ਹਾਂ ਵਿੱਚ ਕਮਾਈ ਹੈ ਨਾ ਉਹ ਗੁਰਬਾਣੀ ਨੂੰ ਵਰਤਦੀ ਵਿਖਾ ਸਕਦੇ ਆ ਜੀ। ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਆ ਜਿਓ। ਇਸ਼ਨਾਨ ਕਰਕੇ ਸਿੰਘ ਮਹਾਰਾਜ ਜੀ ਦੀ ਹਾਜ਼ਰੀ 'ਚ ਆਏ। ਮਹਾਂਪੁਰਖਾਂ ਨੇ ਅਰਦਾਸ ਕੀਤੀ। ਮਹਾਰਾਜ ਕਹਿਣ ਲੱਗੇ, ਵਾਹਿਗੁਰੂ ਮਹਾਂਪੁਰਖ ਕਹਿੰਦੇ ਮਹਾਰਾਜ ਤੁਹਾਡੀ ਬਾਣੀ ਦੀ ਪੰਕਤੀ ਹੈ, ਮੈਂ ਆਪਣੇ ਵੱਲੋਂ ਕੁਝ ਨਹੀਂ ਆਖਿਆ। ਮਹਾਰਾਜ ਸਿੰਘ ਪੁੱਛਦੇ ਆ ਕੰਧ ਵਿੱਚੋਂ ਕੰਧ ਵੀ ਨਾਮ ਜਪਦੀ ਹੈ? ਮਹਾਰਾਜ ਕਿਰਪਾ ਕਰ ਦਿਓ। ਅਰਦਾਸ ਕਰਕੇ ਸਿੰਘਾਂ ਨੂੰ ਕਹਿੰਦੇ ਸਿੰਘੋ ਕੰਧ ਦੇ ਨਾਲ ਕੰਨ ਲਾਓ। ਜਦੋਂ ਕੰਧ ਦੇ ਨਾਲ ਸਾਰੇ ਸਿੰਘਾਂ ਨੇ ਕੰਨ ਲਾਏ ਨਾ, ਕੰਧ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ ਸਨ ਜੀ। ਜਪਜੀ ਸਾਹਿਬ ਦੀ ਬਾਣੀ ਸਾਡੀ ਪ੍ਰਧਾਨ ਬਾਣੀ ਹੈ। ਹਰ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਹੈ, ਵਿਣ ਨਾਮੈ ਨਾਹੀ ਕੋ ਥਾਓ ਥਾਓ। ਨਾਮ ਤੋਂ ਬਗੈਰ ਇਸ ਧਰਤੀ 'ਚ ਥਾਂ ਹੀ ਕੋਈ ਨਹੀਂ ਹੈਗੀ। ਗੱਜ ਕੇ ਆਖੋ ਵਾਹਿਗੁਰੂ। ਹਰ ਥਾਂ ਤੇ ਨਾਮ ਜਪਿਆ ਜਾ ਰਿਹਾ ਹੈ। ਜਿਵੇਂ ਧਰਤੀ ਤੇ ਹਰ ਥਾਂ ਤੇ ਨਾਮ ਜਪਿਆ ਜਾ ਰਿਹਾ ਹੈ, ਦੂਜਾ ਅਰਥ ਮਹਾਂਪੁਰਖਾਂ ਨੇ ਕੀਤਾ ਸਰੀਰ ਵਿੱਚ ਵੀ ਇਹੋ ਜਿਹੀ ਕੋਈ ਥਾਂ ਨਹੀਂ ਫਿਰ ਗੁਰਮੁਖ ਦੇ ਜਿੱਥੇ ਨਾਮ ਨਹੀਂ ਚੱਲਦਾ ਜੀ। ਵਿਣ ਨਾਮੈ ਨਾਹੀ ਕੋ ਥਾਓ। ਔਰ ਗੁਰਮੁਖ ਰੋਮ ਰੋਮ ਹਰ ਧਿਆਵੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਮਹਾਰਾਜ ਕਹਿੰਦੇ ਸਿੱਖਾ ਸੰਤ ਜਨ ਪੁਕਾਰ ਪੁਕਾਰ ਕੇ ਕਹਿ ਰਹੇ ਆ, ਘਟਾਂ ਘਟਾਂ ਵਿੱਚ ਵਾਹਿਗੁਰੂ ਉਹ ਆਪ ਵਸ ਰਿਹਾ ਹੈ। ਦੂਜਾ ਮਨੁੱਖਾ ਸਰੀਰ ਨੂੰ ਵੀ ਘਟ ਘਟ ਕਹਿੰਦੇ ਆ ਜੀ, ਇਹ ਵੀ ਘੜਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਪਿਆਰਿਆ, ਜਿੰਨੇ ਸਰੀਰ ਨੇ ਇਹਨਾਂ ਸਰੀਰਾਂ ਵਿੱਚ ਉਹ ਵਾਹਿਗੁਰੂ ਆਪ ਵਸਿਆ ਹੋਇਆ। ਸੰਤ ਪੁਕਾਰ ਪੁਕਾਰ ਕੇ ਇਹ ਗੱਲ ਕਹਿ ਰਹੇ ਆ। ਪਤਾ ਕਿਉਂ ਕਹਿ ਰਹੇ ਆ? ਕਿਉਂਕਿ ਸੰਤਾਂ ਨੂੰ ਵੇਖਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਵੇਖਦਾ ਨਹੀਂ ਹੈ ਨਾ, ਇਸ ਕਰਕੇ ਅਸੀਂ ਕਹਿ ਵੀ ਨਹੀਂ ਸਕਦੇ। ਹਾਂਜੀ। ਕਹੋ ਨਾਨਕ ਤਿਹ ਭਜ ਮਨਾ, ਹਜੂਰ ਗਰੀਬ ਨਵਾਜ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਕਰਕੇ ਪਿਆਰਿਆ ਉਸ ਵਾਹਿਗੁਰੂ ਨੂੰ ਭਜ ਜੋ ਘਟਾਂ ਘਟਾਂ ਵਿੱਚ ਰਮਿਆ ਹੋਇਆ। ਉਹਦਾ ਨਾਮ ਜਪਿਆ ਕਰ, ਉਹਦੀ ਯਾਦ ਵਿੱਚ ਜੁੜਿਆ ਕਰ। ਭਾਉ ਨਿਧ ਉਤਰਹਿ ਪਾਰ। ਇਹ ਭੈ ਦਾ ਇੱਕ ਸੰਸਾਰ ਹੈ ਜਿੱਥੇ ਬੜੇ ਭੈ ਲੱਗਦੇ ਆ, ਬੜੇ ਡਰ ਲੱਗਦੇ ਆ।
ਆ ਮਾੜੀ ਜੀ ਬਿਮਾਰੀ ਆਉਂਦੀ ਹੈ, ਸਭ ਡਰਦੇ ਫਿਰਦੇ ਆ ਜੀ। ਬਿਮਾਰੀ ਤੋਂ ਨਹੀਂ ਡਰ ਲੱਗਦਾ, ਮੌਤ ਤੋਂ ਡਰ ਲੱਗਦਾ ਹੈ। ਬਿਮਾਰੀ ਦਾ ਕਾਹਦਾ? ਮੌਤ ਤੋਂ ਡਰ ਲੱਗਦਾ। ਕੱਲਾ ਮੌਤ ਦਾ ਡਰ ਨਹੀਂ ਜੇ, ਹੋਰ ਵੀ ਬੜੇ ਡਰ ਲੱਗਦੇ ਬੰਦੇ ਨੂੰ। ਮਹਾਰਾਜ ਕਹਿੰਦੇ ਜਦੋਂ ਤੂੰ ਨਾਮ ਜਪੇਗਾ ਨਾ, ਇਹ ਸੰਸਾਰ ਜਿਹੜਾ ਇਹ ਭੈਦਾਇਕ ਹੈ, ਇਹਦੇ 'ਚ ਬੜੇ ਡਰ ਨੇ। ਸੰਸਾਰ 'ਚੋਂ ਪਾਰ ਉਦੋਂ ਹੀ ਹੋਏਗਾ ਪਿਆਰਿਆ ਜਦੋਂ ਤੂੰ ਉਹਦੀ ਯਾਦ ਵਿੱਚ ਜੁੜੇਗਾ। ਹਾਂਜੀ, ਸੁਖ ਦੁੱਖ ਜਿਹ ਪਰਸੈ ਨਹੀਂ। ਮਹਾਰਾਜ ਰੱਬ ਦੇ ਪਿਆਰਿਆਂ ਦੀ ਅਵਸਥਾ ਦੱਸਦੇ। ਜਿਨ੍ਹਾਂ ਰੱਬ ਦੇ ਪਿਆਰਿਆਂ ਨੂੰ ਸੁੱਖ ਦਾ ਅਸਰ ਨਹੀਂ ਕੋਈ ਹੈਗਾ, ਦੁੱਖ ਦਾ ਅਸਰ ਵੀ ਨਹੀਂ ਹੈਗਾ ਜੀ। ਅਸੀਂ ਜਿੰਨੇ ਬੈਠੇ ਹਾਂ, ਇਮਾਨਦਾਰੀ ਨਾਲ ਮੈਂ ਆਪਣੇ ਸਮੇਤ ਗੱਲ ਕਰਦਾ ਹਾਂ, ਮੇਰੇ ਤੇ ਸੁੱਖ ਦਾ ਵੀ ਅਸਰ ਹੈਗਾ ਤੇ ਦੁੱਖ ਦਾ ਵੀ ਹੈਗਾ ਹੈ ਜੀ। ਹਾਂਜੀ, ਸੁੱਖ ਵਿੱਚ ਦੱਸੋ ਅਸੀਂ ਸੁਖੀ ਨਹੀਂ ਹੁੰਦੇ ਜੀ, ਦੁੱਖ ਆਵੇ ਬੰਦਾ ਦੁਖੀ ਵੀ ਹੁੰਦਾ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਸ ਵਿਅਕਤੀ ਤੇ ਨਾ ਸੁੱਖ ਦਾ ਅਸਰ ਨਾ ਦੁੱਖ ਦਾ ਅਸਰ ਹੈਗਾ ਜੀ। ਹਾਂਜੀ, ਲੋਭ ਮੋਹ ਅਭਿਮਾਨ। ਜਿਹਦੇ ਵਿੱਚ ਲੋਭ ਵੀ ਨਹੀਂ ਹੈਗਾ ਤੇ ਜਿਹਦੇ ਵਿੱਚ ਮੋਹ ਵੀ ਨਹੀਂ ਹੈਗਾ। ਲੋਭ ਨੇ ਵੱਡੇ ਵੱਡੇ ਗਾਲ ਦਿੱਤੇ ਸਾਧ ਸੰਗਤ ਜੀ, ਬੜੇ ਬੜੇ ਦੇਵਤੇ ਲੋਭ ਨੇ ਗਾਲੇ ਜੀ। ਬ੍ਰਹਮਾ ਜੀ ਵਰਗਿਆਂ ਨੂੰ ਵੀ ਮੋਹ ਆ ਗਿਆ ਜੀ, ਮੋਹ ਆ ਗਿਆ, ਤੰਗ ਹੋ ਗਏ। ਅਭਿਮਾਨ ਤੋਂ ਖਾਲੀ ਕੋਈ ਨਹੀਂ ਹੈਗਾ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨਾਮ ਜਪਦੇ, ਜਿਨ੍ਹਾਂ ਨੂੰ ਸੁੱਖ ਦਾ ਅਸਰ ਨਹੀਂ, ਦੁੱਖ ਦਾ ਅਸਰ ਨਹੀਂ, ਜਿਨ੍ਹਾਂ ਨੂੰ ਰੰਚਕ ਮਾਤਰ ਲੋਭ ਨਹੀਂ ਹੈਗਾ, ਜਿਨ੍ਹਾਂ ਉੱਤੇ ਅਭਿਮਾਨ ਦਾ ਅਸਰ ਨਹੀਂ ਹੈਗਾ, ਜਿਨ੍ਹਾਂ ਨੂੰ ਮੋਹ ਦਾ ਅਸਰ ਨਹੀਂ ਹੈਗਾ। ਕਹੋ ਨਾਨਕ ਸੁਨ ਰੇ ਮਨਾ। ਹੇ ਮਨਾ, ਹੇ ਭਾਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨ ਕਰਕੇ ਇਹ ਗੱਲ ਸੁਣ। ਸੋ ਮੂਰਤ ਭਗਵਾਨ। ਉਹ ਬੰਦਾ ਨਹੀਂ ਹੈਗਾ, ਉਹ ਬੰਦਾ ਰੱਬ ਦਾ ਰੂਪ ਹੈਗਾ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਹੁਣ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਆਪ ਭਗਵਾਨ ਦੀ ਸਾਖਸ਼ਾਤ ਮੂਰਤ ਨੇ ਜੀ। ਕਿਵੇਂ ਮੂਰਤ ਨੇ ਤੁਸੀਂ ਵੇਖ ਲਓ। ਮਹਾਰਾਜ ਸੱਚੇ ਪਾਤਸ਼ਾਹ ਤੇ ਸੁੱਖ ਦਾ ਅਸਰ ਨਹੀਂ, ਸਤਿਗੁਰੂ ਤੇ ਦੁੱਖ ਦਾ ਅਸਰ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ 'ਚ ਕਿਤੇ ਲਾਲਚ ਵਿਖਾ ਦਿਓ ਜੀ, ਵੀ ਮਹਾਰਾਜ ਨੂੰ ਲਾਲਚ ਆਇਆ ਹੋਵੇ। ਬੰਦੇ ਦੀ ਅਵਸਥਾ ਬੜੀ ਗਾਂ ਦੀ ਗੱਲ ਹੈਗੀ ਜੀ। ਬੰਦੇ ਦੀ ਗੱਲ ਛੱਡੋ, ਛੋਟੀ ਛੋਟੀ ਗੱਲ ਤੇ ਲਾਲਚ ਆ ਜਾਂਦਾ ਜੀ, ਛੋਟੀ ਛੋਟੀ ਗੱਲ ਤੇ। ਹਾਂਜੀ, ਕਿਸੇ ਨੂੰ 100 ਰੁਪਈਆ ਅਰਦਾਸ ਭੇਟਾ ਦੇ ਦਿੱਤੀ ਜੀ ਕਿਸੇ ਨੇ, ਦੂਜਾ ਇਸ ਗੱਲ ਤੋਂ ਤੰਗ ਹੋ ਗਿਆ ਵੀ ਮੈਨੂੰ ਕਿਉਂ ਨਹੀਂ ਦਿੱਤੀ ਜੀ। ਆਖੋ ਵਾਹਿਗੁਰੂ। ਲਾਲਚ ਹੀ ਹੈਗਾ ਨਾ ਜੀ, ਲਾਲਚ ਹੀ ਹੈਗਾ ਜੀ। ਹਾਂਜੀ, ਜਿਸ ਵਿੱਚ ਲਾਲਚ ਵੀ ਨਹੀਂ ਹੈਗਾ, ਮਹਾਰਾਜ ਕਹਿੰਦੇ ਉਹ ਬੰਦਾ ਨਹੀਂ ਹੈਗਾ, ਉਹ ਰੱਬ ਦੀ ਮੂਰਤੀ ਹੈਗਾ। ਕਹਿਣ ਲੱਗੇ ਭਾਵ ਰੱਬ ਦਾ ਰੂਪ ਹੈਗਾ ਜੀ। ਔਰ ਇਹ ਗੱਲਾਂ ਆਉਂਦੀਆਂ ਕਿਵੇਂ ਜੀ? ਇਹ ਨਾਮ ਜਪ ਕੇ ਆਉਂਦੀਆਂ, ਅਭਿਆਸ ਕਰਕੇ ਆਉਂਦੀਆਂ ਜੀ। ਹਾਂਜੀ, ਉਸਤਤ ਨਿੰਦਿਆ ਨਾਹੀਂ ਜਿਹੇ। ਹੁਣ ਅੱਗੋਂ ਮਹਾਰਾਜ ਹੋਰ ਛਾਨਣਾ ਲਾ ਰਹੇ ਗੁਰੂ ਤੇਗ ਬਹਾਦਰ ਸਾਹਿਬ। ਸਾਡੇ ਉੱਤੇ ਉਸਤਤ ਦਾ ਵੀ ਅਸਰ ਹੈਗਾ ਜੀ। ਕਿਵੇਂ? ਸਾਡੀ ਕੋਈ ਤਾਰੀਫ ਕਰੇ, ਸੱਚੇ ਮਨੋਂ ਦੱਸਿਓ, ਅਸਰ ਪੈਂਦਾ ਕਿ ਨਹੀਂ ਪੈਂਦਾ ਮਨ ਤੇ ਜੀ। ਲਗਭਗ ਬਹੁਤ ਸਾਰੇ ਬੰਦੇ ਚਾਹੁੰਦੇ ਹੁੰਦੇ ਵੀ ਮੇਰੀ ਉਸਤਤ ਹੋਵੇ ਜੀ, ਮੇਰੀ ਤਾਰੀਫ ਹੋਵੇ ਜੀ। ਤੇ ਜੇ ਕਿਤੇ ਰੋਜ਼ ਹੁੰਦੀ ਹੋਵੇ ਤੇ ਇੱਕ ਦਿਨ ਨਾ ਹੋਵੇ ਤੇ ਬੰਦਾ ਮਾਯੂਸ ਵੀ ਹੋ ਜਾਂਦਾ ਜੀ। ਆਖੋ ਵਾਹਿਗੁਰੂ। ਇਹ ਮਾਯੂਸ ਵੀ ਹੋ ਜਾਂਦਾ ਵੀ ਮੇਰੀ ਅੱਜ ਉਸਤਤ ਨਹੀਂ ਕੀਤੀ ਉਹਨਾਂ ਨੇ। ਭੁੱਖ ਹੈਗੀ ਚ ਬੜੇ ਬੜੇ ਧਾਰਮਿਕ ਬੰਦੇ ਉਸਤਤ ਵਿੱਚ ਫਸੇ ਹੋਏ ਨੇ ਜੀ। ਥੋੜੇ ਜਿਹੇ ਧਰਮ ਦੇ ਰਾਹ ਤੇ ਚੱਲਦੇ, ਉਹਨਾਂ ਦੀ ਤਾਰੀਫ ਨਾ ਕਰੋ, ਹਾਂ ਅਗਲੇ ਛੱਡ ਕੇ ਬਹਿ ਜਾਂਦੇ ਜੀ। ਫਿਰ ਜਿੱਥੇ ਉਸਤਤ ਦੀ ਭੁੱਖ ਹੈਗੀ ਹੈ, ਜੇ ਸਾਡੀ ਨਿੰਦਿਆ ਹੋਣ ਲੱਗ ਪਵੇ, ਬੰਦਾ ਕਮਜ਼ੋਰ ਪੈਣ ਲੱਗ ਪੈਂਦਾ ਜੀ। ਕੋਈ ਬੁਰਾ ਆਖੇ, ਬੰਦਾ ਗੁਰਦੁਆਰਾ ਹੀ ਛੱਡ ਦਿੰਦਾ ਜੀ, ਰੱਬ ਦਾ ਰਾਹ ਹੀ ਛੱਡ ਦਿੰਦਾ ਜੀ। ਮੈਂ ਵੇਖੇ ਬੰਦੇ, ਮੈਂ ਤਾਂ ਕਹਿ ਰਿਹਾ ਜੀ।
ਹਰ ਬੰਦੇ ਤੇ ਕੋਈ ਵਿਰਲਾ ਛੱਡ ਕੇ ਜਿਹਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ, ਜਿਸ ਉੱਤੇ ਉਸਤਤ ਦਾ ਅਸਰ ਨਹੀਂ ਹੈਗਾ, ਜਿਸ ਉੱਤੇ ਨਿੰਦਿਆ ਦਾ ਅਸਰ ਨਹੀਂ ਹੈਗਾ। ਥੋੜਾ ਜਿਹਾ ਕਿਸੇ ਨੇ ਬੁਰਾ ਭਲਾ ਬੋਲਤਾ, ਬੰਦੇ ਨੇ ਗੁਰਦੁਆਰਾ ਹੀ ਛੱਡ ਦਿੱਤਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਇਹਦਾ ਮਤਲਬ ਵੀ ਨਿੰਦਿਆ ਨਾਲ ਜੁੜਿਆ ਸਾਂ, ਉਸਤਤੀ ਨਾਲ ਜੁੜਿਆ ਸੀ, ਗੁਰੂ ਨਾਲ ਤੇ ਨਹੀਂ ਨਾ ਜੁੜਿਆ ਬੰਦਾ। ਗੁਰੂ ਨਾਲ ਜਿਹੜੇ ਜੁੜੇ ਉਹ ਕਹਿੰਦੇ ਆ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਉਹ ਕਹਿੰਦੇ ਜੋ ਮਰਜ਼ੀ ਆਖੀ ਜਾਓ, ਅਸੀਂ ਨਹੀਂ ਆਪਣੇ ਗੁਰੂ ਦਾ ਦਰ ਛੱਡਣਾ। ਗਰੀਬ ਨਵਾਜ ਕਹਿੰਦੇ ਉਸਤਤ ਨਿੰਦਿਆ ਨਾਹੇ ਜਿਹੇ, ਜਿਸ ਜੀਵ ਉੱਤੇ ਉਸਤਤ ਦਾ ਅਸਰ ਨਹੀਂ ਹੈ, ਜਿਸ ਉੱਤੇ ਨਿੰਦਿਆ ਦਾ ਅਸਰ ਨਹੀਂ ਹੈ। ਦੂਜਾ ਜਿਹੜਾ ਨਾ ਉਸਤਤ 'ਚ ਪਵੇ, ਬਹੁਤੀ ਕਿਸੇ ਦੀ ਉਸਤਤ ਨਾ ਕਰਦਾ ਹੋਵੇ, ਜਿਹੜਾ ਮੁੱਖੋਂ ਨਿੰਦਿਆ ਨਾ ਕਰਦਾ ਹੋਵੇ ਜੀ। ਤੇ ਸੰਗਤ ਜੀ ਵੇਖ ਲਓ, ਗੁਰੂ ਤੇਗ ਬਹਾਦਰ ਸਾਹਿਬ ਇਸ ਗੱਲ ਤੋਂ ਸਾਨੂੰ ਰੋਕ ਰਹੇ ਆ। ਹੇ ਮੇਰੇ ਵਾਹਿਗੁਰੂ ਬਚਾ ਲਈ। ਜਿੰਨੀ ਨਿੰਦਿਆ ਮੈਂ ਵੇਖਿਆ ਸਾਡੇ ਬੰਦੇ ਕਰਦੇ, ਉਹਨਾਂ ਕੋਈ ਵੀ ਨਹੀਂ ਕਰਦਾ ਹੋਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਨਿੰਦਿਆ ਛੇਤੀ ਬੰਦੇ ਨੂੰ ਅੰਦਰੋਂ ਖਾਲੀ ਕਰ ਦਿੰਦੀ ਜੀ, ਬਹੁਤ ਛੇਤੀ ਖਾਲੀ ਕਰਦੀ ਜੀ। ਜਪ ਤਪ ਕੀਤਾ, ਭਜਨ ਕੀਤਾ, ਨਿੰਦਿਆ ਤੋਂ ਬਚ ਕੇ ਸਮਝੋ ਸੋਨੇ ਤੇ ਸੁਹਾਗਾ ਹੈਗਾ ਜੀ। ਤੇ ਜੇ ਕਰੀ ਗਏ ਨਿੰਦਿਆ ਹੀ, ਫਿਰ ਨਹੀਂ ਫਾਇਦਾ ਕੋਈ ਜੀ, ਫਿਰ ਤੇ ਖਾਦਾ ਉਲਟੀ ਕਰਤੀ ਜੀ। ਮਹਾਰਾਜ ਕਹਿੰਦੇ ਉਸਤਤ ਨਿੰਦਿਆ ਨਾਹੇ ਜਿਹੇ, ਜਿਸ ਉੱਤੇ ਉਸਤਤ ਦਾ, ਜਿਹਦੇ ਉੱਤੇ ਨਿੰਦਿਆ ਦਾ ਅਸਰ ਨਹੀਂ। ਕੰਚਨ ਲੋਹ ਸਮਾਨ। ਤੇ ਹੁਣ ਤੁਸੀਂ ਦੱਸੋ, ਸੱਚ ਸੱਚ ਦੱਸਿਓ, ਗੁਰੂ ਦੀ ਹਜ਼ੂਰੀ 'ਚ ਬੈਠੇ ਆ, ਧਿਆਨ ਨਾਲ ਸੁਣਿਓ, ਬਿਲਕੁਲ ਸੱਚ ਸੱਚ ਜੀ। ਇੱਕ ਬੰਨੇ ਲੋਹਾ ਪਿਆ ਹੋਵੇ ਤੇ ਇੱਕ ਬੰਨੇ ਸੋਨਾ ਪਿਆ ਹੋਵੇ ਜੀ। ਧਿਆਨ ਨਾਲ ਸੁਣਿਓ, ਐਵੇਂ ਨਾ ਕਿਤੇ ਆਪਣੀ ਅਵਸਥਾ ਉੱਚੀ ਵਿਖਾਉਣ ਨੂੰ ਝੂਠ ਬੋਲ ਬੈਠੇ ਹੋ। ਮਹਾਰਾਜ ਦੀ ਹਾਜ਼ਰੀ ਹੈਗੀ ਜੀ। ਇੱਕ ਬੰਨੇ ਲੋਹਾ ਪਿਆ ਹੋਵੇ, ਇੱਕ ਬੰਨੇ ਸੋਨਾ ਪਿਆ ਹੋਵੇ, ਸਾਨੂੰ ਕੋਈ ਕਹੇ ਵੀ ਦੋਵਾਂ ਚੀਜ਼ਾਂ ਚੋਂ ਇੱਕ ਚੀਜ਼ ਲੈ ਜਾ, ਕਿਹੜੀ ਲੈ ਕੇ ਜਾਓਗੇ ਘਰ ਦੀ? ਸੋਨਾ ਹੀ ਲੈ ਕੇ ਜਾਓਗੇ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੋਨਾ ਲੈ ਕੇ ਜਾਏਗਾ ਬੰਦਾ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਜਿਹਦੇ ਵਾਸਤੇ ਲੋਹਾ ਤੇ ਸੋਨਾ ਬਰਾਬਰ ਹੋ ਜਾਵੇ, ਕਹਿਣ ਲੱਗੇ ਕੰਚਨ ਲੋਹ ਸਮਾਨ, ਇੱਕ ਬਰਾਬਰ ਸਮਝੇ। ਮਹਾਰਾਜ ਕਹਿੰਦੇ ਕੰਚਨ ਮਾਟੀ ਮਨ ਹੈ, ਉਹਦੇ ਵਾਸਤੇ ਲੋਹਾ ਵੀ ਮਿੱਟੀ ਹੈ ਤੇ ਸੋਨਾ ਵੀ ਮਿੱਟੀ ਹੈ ਜੀ। ਸਾਧੂ ਤੁਰਿਆ ਜਾਵੇ ਜੀ, ਨਾਲ ਉਹਦੀ ਘਰ ਵਾਲੀ ਦੀ। ਸਾਧੂ ਨੇ ਵੇਖਿਆ ਸੋਨਾ ਪਿਆ ਹੈ, ਉਹਨੇ ਪਤਾ ਕੀ ਕੀਤਾ, ਉਹਨੇ ਉਹ ਸੋਨੇ ਦਾ ਹਾਰ ਸੀਗਾ, ਛੇਤੀ ਨਾਲ ਗਿਆ, ਮਿੱਟੀ ਪਾਉਣ ਲੱਗ ਪਿਆ ਉਹਦੇ ਤੇ। ਕਿਉਂ? ਮੇਰੀ ਘਰ ਵਾਲੀ ਵੇਖ ਨਾ ਲਵੇ, ਕਿਤੇ ਮੰਗੇਗੀ। ਜਦੋਂ ਉਹਨੇ ਇਹ ਗੱਲ ਕੀਤੀ, ਮਿੱਟੀ ਪਾਈ, ਪਿੱਛੋਂ ਦੀ ਘਰ ਵਾਲੀ ਆਈ, ਕਹਿੰਦੀ ਪਤੀ ਦੇਵ ਕੀ ਕਰ ਰਹੇ ਹੋ? ਮਿੱਟੀ ਤੇ ਮਿੱਟੀ ਪਾਈ ਜਾ ਰਹੇ ਹੋ। ਉਹ ਹੈਰਾਨ ਹੋ ਗਿਆ, ਭਗਵਾਨੇ ਤੇਰੀ ਅਵਸਥਾ ਮੇਰੇ ਤੋਂ ਵੀ ਅੱਗੇ ਹੈਗੀ ਹੈ। ਮੈਂ ਤੇ ਸੋਨੇ ਨੂੰ ਸੋਨਾ ਸਮਝਦਾ, ਤੂੰ ਸੋਨੇ ਨੂੰ ਮਿੱਟੀ ਸਮਝਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹਦੇ ਵਾਸਤੇ ਕੰਚਨ ਲੋਹ ਸਮਾਨ, ਜਿਸ ਵਾਸਤੇ ਸੋਨਾ ਤੇ ਲੋਹਾ ਬਰਾਬਰ ਹੋਵੇ, ਕਹੋ ਨਾਨਕ ਸੁਨ ਰੇ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪਿਆਰਿਆ ਮਨ ਕਰਕੇ ਸੁਣਨਾ ਕਰ, ਮੁਕਤ ਤਾਹੇ ਤੈ ਜਾਨ। ਸਮਝ ਲੈ, ਜੀਂਦਿਆਂ ਜੀ ਸਮਝ ਲੈ, ਉਹ ਬੰਦਾ ਮੁਕਤ ਹੈਗਾ। ਕਹਿਣ ਲੱਗੇ ਮਰਨ ਤੋਂ ਬਾਅਦ ਵੀ ਮੁਕਤੀ ਹੋਏਗਾ ਉਹ ਜੀ, ਜਿਹਦੀ ਅਵਸਥਾ ਬਣ ਗਈ। ਭਗਤ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ ਜੀ, ਭਗਤ ਰਵਿਦਾਸ ਜੀ ਦਾ। ਪਾਰਸ ਪੱਥਰ ਸਾਧੂ ਭੇਟਾ ਕਰਕੇ ਗਿਆ ਸੀ, ਭਗਤ ਜੀ ਗਰੀਬੋਂ ਇਹ ਲੋ ਪਾਰਸ ਪੱਥਰ, ਜਿਸ ਲੋਹੇ ਨਾਲ ਛੁਆਓਗੇ ਸੋਨਾ ਬਣ ਜਾਏਗਾ। ਕਈ ਸਾਲਾਂ ਬਾਅਦ ਯਾਤਰਾ ਤੋਂ ਵਾਪਸ ਆਇਆ, ਵੇਖਿਆ ਭਗਤ ਦੀ ਝੁੱਗੀ ਉਵੇਂ ਹੀ ਹੈ। ਸੋਚਿਆ ਸੀ ਮਹੱਲ ਬਣ ਜਾਏਗਾ ਸੋਨੇ ਨਾਲ। ਕਹਿੰਦਾ ਭਗਤ ਜੀ ਮੈਂ ਪਾਰਸ ਪੱਥਰ ਦੇ ਕੇ ਗਿਆ ਸਾਂ। ਕਹਿੰਦੇ ਜਿੱਥੇ ਰੱਖ ਕੇ ਗਿਆ ਉੱਥੇ ਵੇਖ ਲੈ। ਕਹਿਣ ਲੱਗੇ ਅਵਸਥਾ ਵੱਡੀ ਹੋ ਗਈ ਜੀ।
ਨਾਮ ਜਪਣ ਤੋਂ ਬਗੈਰ ਨਹੀਂ ਧਿਆਉਣੀ, ਨਾਮ ਜਪਣ ਤੋਂ ਬਗੈਰ ਗੱਲਾਂ ਹੀ ਹੈਗੀਆਂ ਚ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹਦੀ ਇਹ ਅਵਸਥਾ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਿਆਰਿਓ ਸਮਝੋ ਜਿਉਂਦਾ ਹੀ ਮੁਕਤ ਹੈਗਾ ਉਹ। ਹਾਂਜੀ। ਹਰਖ ਸੋਗ ਜਾ ਕੈ ਨਹੀਂ। ਮਹਾਰਾਜ ਕਹਿਣ ਲੱਗੇ ਜਿਸ ਉੱਤੇ ਖੁਸ਼ੀ ਦਾ ਅਸਰ ਨਹੀਂ, ਜਿਸ ਉੱਤੇ ਗਮੀ ਦਾ ਵੀ ਅਸਰ ਨਹੀਂ। ਮੈਂ ਅੱਗੇ ਬੇਨਤੀ ਕੀਤੀ, ਖੁਸ਼ੀ ਦਾ ਵੀ ਅਸਰ ਹੈ, ਗਮੀ ਦਾ ਵੀ ਅਸਰ ਹੈਗਾ ਬੰਦੇ ਤੇ। ਹਾਂਜੀ। ਬੈਰੀ ਮੀਤ ਸਮਾਨ। ਸਾਡੀਆਂ ਨਜ਼ਰਾਂ ਦੇ ਵਿੱਚ ਵੈਰੀ ਵੈਰੀ ਹੁੰਦਾ ਚ ਤੇ ਮਿੱਤਰ ਮਿੱਤਰ ਹੁੰਦਾ ਹੈ ਜੀ। ਭਾਵੇਂ ਵੈਰੀ ਨੂੰ ਕਹੀਏ ਕੁਝ ਨਾ, ਪਤਾ ਹੁੰਦਾ ਇਹ ਮੇਰਾ ਵੈਰੀ ਹੈਗਾ ਹੈ ਜੀ। ਮਹਾਰਾਜ ਕਹਿੰਦੇ ਜਿਹਦੇ ਵਾਸਤੇ ਵੈਰੀ ਵੀ ਉਹੋ ਜਿਹਾ, ਮਿੱਤਰ ਵੀ ਉਹੋ ਜਿਹਾ ਜੀ। ਹਾਂਜੀ। ਕਹੋ ਨਾਨਕ ਸੁਨ ਰੇ ਮਨਾ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਿੱਖਾ ਮਨ ਕਰਕੇ ਸੁਣ ਇਸ ਗੱਲ ਨੂੰ। ਮੁਕਤ ਤਾਹੇ ਤੈ ਜਾਨ। ਉਹ ਮਨੁੱਖ ਵੀ ਜਿਉਂਦਾ ਜੀ ਮੁਕਤ ਹੈਗਾ ਕਹਿਣ ਲੱਗੇ। ਹਾਂਜੀ। ਜਿੰਨੇ ਵੈਰੀ ਤੇ ਮਿੱਤਰ ਸਮ ਕਰਕੇ ਜਾਣੇ ਹੋਣ ਜੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਆਉਂਦਾ ਹੈ ਜੀ ਇਤਿਹਾਸ ਵਿੱਚ। ਜਹਾਂਗੀਰ ਦਾ ਪੁੱਤਰ ਆਇਆ, ਮਹਾਰਾਜ ਨੇ ਉਹਨੂੰ ਬਖਸ਼ਿਸ਼ਾਂ ਦਿੱਤੀਆਂ ਜੀ। ਕੋਈ ਵੀ ਆਵੇ ਸਤਿਗੁਰੂ ਨੇ ਉਹਨੂੰ ਬਖਸ਼ਿਸ਼ਾਂ ਦੇਣੀਆਂ ਜੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਚੇਤਾ ਰੱਖਿਓ ਸਾਧ ਸੰਗਤ ਤੇ ਨਾਮ ਦੇ ਅਭਿਆਸ ਤੋਂ ਬਗੈਰ ਵੈਰੀ ਤੇ ਮਿੱਤਰ ਦਾ ਜਿਹੜਾ ਸੁਭਾਅ ਉਹ ਨਹੀਂ ਚ ਜਾਂਦਾ ਜੀ। ਕੁਦਰਤੀ ਹੈ, ਮੈਂ ਆਪਣੇ ਦੋਸਤ ਨਾਲ ਪਿਆਰ ਕਰਾਂਗਾ ਜੀ ਕਿਉਂਕਿ ਮੇਰਾ ਦੋਸਤ ਹੈ। ਦੁਸ਼ਮਣ ਨਾਲ ਮੈਂ ਨਫ਼ਰਤ ਕਰਾਂਗਾ ਕਿਉਂਕਿ ਮੇਰਾ ਦੁਸ਼ਮਣ ਹੈ। ਪਰ ਜਿਹਦੇ ਵਾਸਤੇ ਬਰਾਬਰ ਹੈਗੇ ਜੀ। ਮੈਂ ਸ਼ਾਇਦ ਉਸ ਦਿਨ ਜ਼ਿਕਰ ਕੀਤਾ ਸੀਗਾ ਭਾਈ ਕਨ੍ਹਈਆ ਜੀ ਦਾ। ਸਿੰਘਾਂ ਨੂੰ ਵੀ ਪਾਣੀ ਪਿਆਉਂਦੇ ਸਨ, ਦੁਸ਼ਮਣਾਂ ਨੂੰ ਵੀ ਪਿਆ ਰਹੇ ਸਨ। ਕਲਗੀਧਰ ਜੀ ਨੇ ਪੁੱਛਿਆ ਕਨ੍ਹਈਆ ਜੀ ਕੀ ਕਰ ਰਹੇ ਹੋ? ਵੈਰੀਆਂ ਨੂੰ ਪਾਣੀ ਪਿਆਈ ਜਾਂਦੇ ਹੋ। ਕਹਿੰਦੇ ਮਹਾਰਾਜ ਮੈਨੂੰ ਤੇ ਸਾਰਿਆਂ 'ਚ ਤੁਸੀਂ ਨਜ਼ਰ ਆਉਂਦੇ ਹੋ। ਇਹੋ ਜਿਹਾ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿੰਦਿਆਂ ਜੀ ਮੁਕਤ ਹੈਗਾ ਜੇ। ਹਾਂਜੀ। ਭੈ ਕਾਹੂ ਕਉ ਦੇਤ ਨਹਿ। ਹੁਣ ਹਰ ਬੰਦਾ ਚਾਹੁੰਦਾ ਹੈ ਸੰਗਤ ਜੀ ਮੈਂ ਦੂਜੇ ਨੂੰ ਦਬਕਾ ਮਾਰ ਕੇ ਤੇ ਡਰਾਵਾਂ। ਗੱਜ ਕੇ ਆਖੋ ਵਾਹਿਗੁਰੂ। ਮੇਰਾ ਦਬਕਾ ਚੱਲੇ ਜੀ। ਹਾਂਜੀ। ਹੋਰ ਨਹੀਂ ਤੇ ਪਰਿਵਾਰ ਤੇ ਹੀ ਬੰਦਾ ਚਲਾ ਲੈਂਦਾ ਜੀ। ਜੋ ਕਦੀ ਕਿਸੇ ਨੂੰ ਭੈ ਨਾ ਦੇਵੇ, ਕਿਸੇ ਨੂੰ ਡਰਾਵੇ ਨਾ। ਹਾਂਜੀ। ਨਹਿ ਭੈ ਮਾਨਤ ਆਨ। ਤੇ ਦੂਜੇ ਦਾ ਡਰ ਵੀ ਨਾ ਮੰਨੇ ਜੀ। ਹੁਣ ਇਹੋ ਜਿਹੀ ਅਵਸਥਾ ਵਾਲੇ ਵਿਰਲੇ ਹੁੰਦੇ ਜੀ। ਕਿਉਂ? ਦੂਜੇ ਨੂੰ ਤੇ ਬੰਦਾ ਡਰਾ ਲੈਂਦਾ ਜੀ। ਹਾਂਜੀ। ਜਾਂ ਇਉਂ ਕਵਾਂ ਵੀ ਦੂਜੇ ਨੂੰ ਤੇ ਚਲੋ ਨਹੀਂ ਡਰਾਉਂਦਾ ਜੀ, ਪਰ ਆਪ ਡਰਦਾ ਜੀ। ਅੱਜ ਕੇ ਆਖੋ ਵਾਹਿਗੁਰੂ। ਕਈ ਬੰਦੇ ਹੁੰਦੇ ਜੀ ਅਸੀਂ ਕਿਸੇ ਨੂੰ ਡਰਾਉਣਾ ਨਹੀਂ ਜੀ, ਅਸੀਂ ਕਿਸੇ ਨੂੰ ਬੁਰਾ ਨਹੀਂ ਬੋਲਣਾ। ਪਰ ਜਦੋਂ ਕੋਈ ਉਹਨੂੰ ਡਰਾਵੇ ਤਾਂ ਡਰ ਵੀ ਜਾਂਦਾ ਜੀ। ਦੂਜੇ ਨੂੰ ਨਾ ਡਰਾਵੇ, ਆਪ ਡਰਦਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਮਹਾਰਾਜ ਕਹਿੰਦੇ ਜਿਹੜਾ ਆਪ ਵੀ ਨਾ ਡਰੇ ਤੇ ਕਿਸੇ ਦੂਜੇ ਨੂੰ ਵੀ ਨਾ ਡਰਾਵੇ ਜੀ। ਹਾਂਜੀ। ਕਹੋ ਨਾਨਕ ਸੁਨ ਰੇ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਿੱਖੋ ਮਨ ਕਰਕੇ ਇਹ ਗੱਲ ਸੁਣੋ। ਗਿਆਨੀ ਤਾਹੇ ਬਖਾਨ। ਉਹ ਗਿਆਨੀ ਹੈਗਾ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਗਿਆਨੀ ਨੇ ਤੇ ਨਾਲ ਰੱਖੀਆਂ ਬੰਦੂਕਾਂ ਵਾਲੇ ਜੀ। ਹਾਂਜੀ। ਬੰਦੂਕਾਂ ਵਾਲੇ ਰੱਖੇ ਜੀ। ਸੰਤ ਜੀ ਮਹਾਤਮਾ ਜੀ ਨਾਮ ਹੈਗਾ ਜੀ, ਨਾਲ ਬੰਦੂਕਾਂ ਵਾਲੇ ਜੀ। ਦੋ ਕੰਮ ਨੇ ਜੀ, ਜਾਂ ਤੇ ਕਿਸੇ ਤੋਂ ਡਰਦਿਆਂ ਰੱਖੇ ਜਾਂ ਕਿਸੇ ਨੂੰ ਡਰਾਉਣ ਨੂੰ ਰੱਖੇ ਜੀ। ਹਾਂਜੀ। ਇਹੋ ਹੀ ਗੱਲ ਹੈ ਨਾ ਜੀ। ਜਾਂ ਤੇ ਕਿਸੇ ਤੋਂ ਡਰਦਾ ਜੀ ਤੇ ਜਾਂ ਕਿਸੇ ਨੂੰ ਡਰਾਉਣ ਵਾਸਤੇ ਰੱਖੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਗਿਆਨੀ ਨਹੀਂ ਹੈਗਾ। ਗਿਆਨੀ ਨਾ ਡਰਾਉਂਦਾ ਨਾ ਡਰਦਾ ਹੈ। ਹਾਂਜੀ। ਜਿਹੇ ਵਿਖਿਆ ਸਗਲੀ ਤਜੀ। ਜਿਹਨੇ ਜ਼ਹਿਰ ਰੂਪੀ ਸਾਰੇ ਕਰਮ ਹੀ ਮਹਾਰਾਜ ਕਹਿੰਦੇ ਛੱਡ ਦਿੱਤੇ ਜੀ। ਹੁਣ ਆਪਾਂ ਵਿਚਾਰ ਕਰ ਲਈਏ, ਸਵੈ ਵਿਸ਼ਲੇਸ਼ਣ ਕਰ ਲਈਏ, ਅਸੀਂ ਜ਼ਹਿਰ ਰੂਪ ਉਹ ਕਰਮ ਛੱਡੇ ਨੇ ਜੀ। ਵਿਖਿਆ ਜ਼ਹਿਰ ਰੂਪ ਕਰਮ। ਮਾੜਾ ਕਿਸੇ ਦਾ ਸੋਚਣਾ, ਨਿੰਦਿਆ ਵੀ ਜ਼ਹਿਰ ਹੀ ਹੈਗੀ ਹੈ ਜੀ।
ਜਿਨੇ ਇਹ ਵਿਖਿਆ ਛੱਡ ਦਿੱਤੀ, ਇਹ ਜ਼ਹਿਰ ਛੱਡ ਦਿੱਤਾ, ਲਿਓ ਭੇਖ ਬੈਰਾਗ। ਬੈਰਾਗੀ ਭੇਖ ਧਾਰਨ ਕਰ ਲਿਆ, ਭਾਵ ਪਰਮੇਸ਼ਰ ਨਾਲ ਪ੍ਰੇਮ ਜਾਗ ਗਿਆ ਜਿਹਦਾ। ਹਾਂਜੀ, ਕਹੋ ਨਾਨਕ ਸੁਨ ਰੇ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪਿਆਰਿਆ ਮਨ ਕਰਕੇ ਉਸ ਵਾਹਿਗੁਰੂ ਨੂੰ, ਮਹਾਰਾਜ ਕਹਿੰਦੇ ਮਨ ਕਰਕੇ ਸਾਡੀ ਗੱਲ ਸੁਣ, ਮਨ ਕਰਕੇ। ਹਾਂ ਕਾਕਾ, ਕਿੱਥੇ ਲੈ ਕੇ ਚੱਲਾਂ? ਹੈਂ, ਚਲੋ ਆਪਣੀ ਡਿਊਟੀ ਕਰੋ, ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਮਨ ਕਰਕੇ ਸਾਡੀ ਗੱਲ ਸੁਣ, ਮਨ ਕਰਕੇ। ਹਾਂਜੀ, ਤੇਹ ਨਰ ਮਾਥੈ ਭਾਗ। ਉਸ ਬੰਦੇ ਦੇ ਬੜੇ ਵੱਡੇ ਭਾਗ ਨੇ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਰੱਬ ਨਾਲ ਜਿਹਦਾ ਪਿਆਰ ਪੈਦਾ ਹੋ ਜਾਏ ਜੀ, ਜਿਹੜਾ ਇਹ ਸੋਚੇ ਮੈਂ ਮਾੜਾ ਕੰਮ ਨਹੀਂ ਕਰਨਾ ਜੀ। 7 ਭੂਮਿਕਾ ਨੇ ਬ੍ਰਹਮ ਗਿਆਨੀ ਦੀਆਂ ਜੀ। ਬ੍ਰਹਮ ਗਿਆਨ ਵਾਸਤੇ ਪਹੁੰਚਣ ਵਾਸਤੇ ਨਾ 7 ਭੂਮਿਕਾ ਮੰਨੀਆਂ ਜਾਂਦੀਆਂ ਨੇ। ਉਹਦੇ ਚ ਪਹਿਲੀ ਭੂਮਿਕਾ ਕੀ ਹੈ? ਜੇ ਮੰਨ ਲਓ ਸੱਚਖੰਡ ਤੱਕ ਪੌੜੀ ਹੈ ਜੀ, 7 ਡੰਡੇ ਨੇ ਜੀ। ਜੇ ਸੱਚਖੰਡ ਦੀ ਪੌੜੀ ਤੱਕ ਜਾਣਾ ਜੀ, ਪਹਿਲਾ ਡੰਡਾ ਕਿਹੜਾ ਹੈ? ਮਨ ਵਿੱਚ ਸ਼ੁਭ ਵਿਚਾਰ ਪੈਦਾ ਹੋਣੇ ਜੀ। ਮਨ ਵਿੱਚ ਸ਼ੁਭ ਵਿਚਾਰ ਪੈਦਾ ਹੋਣੇ, ਮੈਂ ਇੰਨੀ ਬਾਣੀ ਪੜ੍ਹਨਾ, ਮੈਂ ਕਿਤੇ ਤੀਰਥ ਦੀ ਯਾਤਰਾ ਕਰ ਲਾਂ, ਮੈਂ ਵਿਹਲਾ ਬੈਠਾ ਕਥਾ ਹੀ ਸੁਣ ਲਾਂ, ਵਿਹਲਾ ਬੈਠਾ ਕੀਰਤਨ ਹੀ ਸੁਣ ਲਾਂ, ਮਨਾ ਸੇਵਾ ਹੀ ਕਰ ਆਵਾਂ, ਮਨਾ ਉੱਥੇ ਸੇਵਾ ਚੱਲ ਰਹੀ ਵਿੱਚ ਹਿੱਸਾ ਹੀ ਪਾ ਆਵਾਂ। ਮਨ 'ਚ ਸ਼ੁਭ ਵਿਚਾਰ ਜਦੋਂ ਪੈਦਾ ਹੁੰਦੇ ਆ ਨਾ, ਫਿਰ ਉਹ ਬ੍ਰਹਮ ਗਿਆਨ ਦੀ ਪੌੜੀ ਦਾ ਪਹਿਲਾ ਡੰਡਾ ਹੈਗਾ ਜੀ। ਦੂਜਾ ਡੰਡਾ ਕਿਹੜਾ? ਦੂਜਾ ਡੰਡਾ 'ਚ ਜਿੱਥੇ ਮਨ 'ਚ ਸ਼ੁਭ ਵਿਚਾਰ ਪੈਦਾ ਹੋਏ, ਉੱਥੇ ਵਿਚਾਰ ਕਰਕੇ ਉਹ ਕੰਮ ਕਰਨੇ ਛੱਡ ਦੇਣੇ ਹੈ ਜਿਹੜੇ ਸਾਧ ਸੰਗਤ ਜੀ ਮਨ ਨੂੰ ਅਸ਼ੁਭ ਪਾਸੇ ਲੈ ਕੇ ਜਾਂਦੇ ਜੀ। ਪਹਿਲਾ ਡੰਡਾ ਸ਼ੁਭ ਵਿਚਾਰ ਪੈਦਾ ਕਰਨੇ, ਦੂਜਾ ਡੰਡਾ 'ਚ ਅਸ਼ੁਭ ਵਿਚਾਰਾਂ ਦਾ ਨਾਸ਼ ਕਰਨਾ ਜੀ। ਕੋਈ ਮਾੜਾ ਖਿਆਲ ਆ ਗਿਆ ਜੀ, ਉਸੇ ਵੇਲੇ ਹੀ ਉਸ ਖਿਆਲ ਨੂੰ ਕੱਟੋ ਜੀ। ਜੇ ਤੁਸੀਂ ਮਾੜੇ ਖਿਆਲ ਨੂੰ ਆਪਣੇ ਮਨ 'ਚ ਵਧਾਈ ਜਾਓਗੇ, ਉਹ ਮਾੜਾ ਖਿਆਲ ਇੱਕ ਦਿਨ ਗੁਨਾਹ ਦਾ ਰੂਪ ਧਾਰਨ ਕਰ ਲਏਗਾ ਜੀ, ਇੱਕ ਦਿਨ ਪਾਪ ਕਰਾਏਗਾ ਜੀ। ਉਹ ਜਿਹੜੇ ਖਿਆਲ ਸ਼ੁਭ ਬਣੇ ਉਹਨਾਂ ਨੂੰ ਵਧਾਵਾ ਦੇਣਾ, ਅਸ਼ੁਭ ਖਿਆਲਾਤ ਨੇ ਨਾ ਜਿਹੜੇ, ਉਹਨਾਂ ਨੂੰ ਘਟਾਉਣਾ ਜੀ ਆਪਣੇ ਅੰਦਰੋਂ ਜੀ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਨੇ ਸਾਰੀ ਵਿਖਿਆ ਛੱਡ ਦਿੱਤੀ। ਹੁਣ ਅੱਜ ਦਾਤਾ ਜੀ ਦੇ ਕੋਲੋਂ ਝੋਲੀ 'ਚ ਬਚਨ ਪਵਾਈਏ, ਕਰੋ ਝੋਲੀ। ਹੇ ਗੁਰੂ ਤੇਗ ਬਹਾਦਰ ਸਾਹਿਬ, ਤੁਹਾਡਾ 400 ਸਾਲਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਵਿਖਿਆ ਨੂੰ ਆਪਣੇ ਜੀਵਨ ਵਿੱਚੋਂ ਕੱਢ ਸਕੀਏ। ਮਹਾਰਾਜ, ਸਾਡੇ ਜੀਵਨ ਦੇ ਵਿੱਚੋਂ ਵਿਖਿਆ ਨਿਕਲੇ, ਜ਼ਹਿਰ ਰੂਪੀ ਕਰਮ ਨਿਕਲ ਜਾਣ। ਤੇ ਜੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਵਾਹਿਗੁਰੂ ਨਾਲ ਪਿਆਰ ਪਵੇ। ਮਹਾਰਾਜ, ਸਾਡਾ ਤੁਹਾਡੇ ਨਾਲ ਪਿਆਰ ਪੈ ਜੇ। ਅੰਦਰ ਜ਼ਰੂਰ ਆਪਣੇ ਵਿਚਾਰ ਕਰਿਆ ਕਰੋ ਪਿਆਰਿਓ। ਤੁਹਾਡੀ ਜ਼ਿੰਦਗੀ 'ਚ, ਕਿਸੇ ਦੀ ਜ਼ਿੰਦਗੀ 'ਚ 40ਵਾਂ ਗੁਰਪੁਰਬ ਹੋਏਗਾ, ਬੜੀਆਂ ਸ਼ਤਾਬਦੀਆਂ ਲੰਘਦੀਆਂ। ਗੁਰੂ ਨਾਨਕ ਸਾਹਿਬ ਜੀ ਦੀ 550 ਸਾਲਾਂ ਲੰਘੀ। ਇੱਥੇ ਹੋ ਸਕਦਾ ਉਹ ਬਜ਼ੁਰਗ ਬੈਠੇ ਹੋਣ ਜਾਂ ਘਰਾਂ 'ਚ ਬਹਿ ਕੇ ਉਹ ਬਜ਼ੁਰਗ ਵੀ ਕਥਾ ਸੁਣ ਰਹੇ ਹੋਣ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ 500 ਸਾਲੇ ਦੇ ਦਰਸ਼ਨ ਕੀਤੇ ਹੋਣ। 400 ਸਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਇਆ 2004 ਵਿੱਚ ਜੀ। 1999 'ਚ ਖਾਲਸੇ ਦਾ 300 ਸਾਲਾ ਆਇਆ ਜੀ। ਕਿੰਨੀਆਂ ਸ਼ਤਾਬਦੀਆਂ ਲੰਘੀਆਂ। ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਵੀ ਆਇਆ ਸੀਗਾ 400 ਸਾਲਾ ਜੀ, ਤਰਨ ਤਾਰਨ ਮਨਾਇਆ ਗਿਆ ਸੀਗਾ ਜੀ। ਤੁਸੀਂ ਅੰਦਾਜ਼ਾ ਲਾਓ, ਸ਼ਤਾਬਦੀਆਂ ਤੇ ਬੜੀਆਂ ਲੰਘ ਗਈਆਂ, ਬੜੀਆਂ ਮਨਾ ਲਈਆਂ, ਅੰਦਰੋਂ ਵਿਖਿਆ ਨਹੀਂ ਤੇ ਨਿਕਲੀ ਜੀ।
ਵਾਹਿਗੁਰੂ ਨਾਲ ਪਿਆਰ ਤੇ ਪੈਦਾ ਨਹੀਂ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਲਾਭ ਕੀ ਹੋਇਆ ਫਿਰ? ਖੱਟਿਆ ਕੀ? ਕਿਆ ਤੈਂ ਖੱਟਿਆ, ਕਿਆ ਗਵਾਇਆ? ਮਹਾਰਾਜ ਕਹਿੰਦੇ ਵਿਚਾਰ ਤੇ ਕਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹਨੇ ਵਿਖਿਆ ਛੱਡ ਦਿੱਤੀ, ਜਿਹਦੇ ਅੰਦਰ ਵਾਹਿਗੁਰੂ ਦੇ ਪ੍ਰੇਮ ਪੈਦਾ ਹੋ ਗਿਆ ਵਾਹਿਗੁਰੂ ਦਾ। ਮਹਾਰਾਜ ਕਹਿਣ ਲੱਗੇ ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੇ ਭਾਗ। ਸਮਝ ਲੈ ਉਹਦੇ ਭਾਗ ਜਾਗ ਗਏ ਕਹਿਣ ਲੱਗੇ, ਉਹਦੇ ਭਾਗ ਚੰਗੇ ਹੋ ਗਏ ਕਹਿਣ ਲੱਗੇ, ਜਿਹਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ, ਜਿਹਦੇ ਮਨ 'ਚ ਵਾਹਿਗੁਰੂ ਨਾਲ ਪਿਆਰ ਪੈਦਾ ਹੋਣਾ ਸ਼ੁਰੂ ਹੋ ਗਿਆ। ਜਿਹੇ ਮਾਇਆ ਮਮਤਾ ਤਜੀ, ਜਿਹਨੇ ਮਾਇਆ ਦੀ ਮੇਰ ਛੱਡ ਦਿੱਤੀ। ਕੱਜ ਕੇ ਆਖੋ ਵਾਹਿਗੁਰੂ। ਮਾਇਆ ਮਮਤਾ ਸ਼ਬਦ ਆਇਆ ਜੇ, ਮਾਇਆ ਦੀ ਮੇਰ ਛੱਡੀ ਜੀ। ਹਾਂਜੀ ਵੀ ਮੇਰੀ ਹੈ, ਮੇਰੀ ਹੈ, ਮੇਰੀ ਮੇਰੀ ਕਰਤੇ ਜਨਮ ਗਇਓ। ਮਾਇਆ ਦੀ ਮੇਰ ਛੱਡਣੀ ਬੜੀ ਔਖੀ ਹੈਗੀ ਜੀ। ਬੰਦੇ ਨੇ ਗੁਰਦੁਆਰੇ ਮਾਇਆ ਦਿੱਤੀ ਹੋਵੇ ਤਾਂ ਵੀ ਕਹਿੰਦਾ ਮੈਂ ਇੰਨੀ ਦਿੱਤੀ ਹੈ। ਉਮਰਾਂ ਲੰਘ ਜਾਂਦੀਆਂ, ਮੇਰ ਨਹੀਂ ਛੱਡੀ ਜਾਂਦੀ। ਥੋੜੇ ਦਿਨ ਪਹਿਲਾਂ ਮੈਂ ਕਿਸੇ ਕੋਲ ਬੈਠਾ ਜੀ, ਕਹਿਣ ਲੱਗਾ ਗੁਰਦੁਆਰਾ ਤਾਂ ਅਸੀਂ ਬਣਾਇਆ, ਵੈਸੇ ਸਰਸਰੀ ਭਾਵੇਂ ਗੱਲਾਂ ਪ੍ਰੇਮ ਨਾਲ ਹੀ ਕਰ ਰਿਹਾ ਸੀ। ਕਹਿੰਦਾ ਲੈਂਟਰ ਸਾਡੇ ਹੱਥੀਂ ਪਿਆ। ਅੱਜ ਕੇ ਆਖੋ ਅਸਾਂ ਬਣਾਇਆ। ਕਹਿੰਦਾ ਮੈਂ ਮਨ 'ਚ ਸੋਚਾਂ ਵੀ ਮੇਰ ਨਹੀਂ ਅਜੇ ਛੱਡੀ ਗਈ, ਮੇਰ ਨਹੀਂ ਛੱਡੀ ਗਈ। ਜਿਸ ਪੁਰਸ਼ ਨੇ ਮਾਇਆ ਦੀ ਮੇਰ ਛੱਡ ਦਿੱਤੀ ਹੈ, ਮਮਤਾ ਛੱਡ ਦਿੱਤੀ ਹੈ, ਹਾਂਜੀ, ਸਭ ਤੇ ਭਇਓ ਉਦਾਸ। ਹਰ ਪਾਸਿਓਂ ਉਦਾਸ ਹੋ ਗਿਆ। ਉਦਾਸ ਹੋਣ ਦਾ ਭਾਵ ਉਹਨੂੰ ਸਮਝ ਆ ਗਈ ਹੈ ਇਹ ਮੇਰੇ ਨਾਲ ਜਾਣ ਵਾਲਾ ਨਹੀਂ, ਇਹ ਵੀ ਮੇਰੇ ਨਾਲ ਜਾਣ ਵਾਲਾ ਨਹੀਂ। ਭਾਵ ਉਹਨੇ ਸਭਨਾਂ ਨਾਲੋਂ ਮੋਹ ਤੋੜ ਲਿਆ ਜੀ। ਹਾਂਜੀ, ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਿਆਰਿਓ ਮਨ ਕਰਕੇ ਸੁਣਿਓ, ਮਨ ਰੱਖਿਓ ਇਸ ਗੱਲ ਵਿੱਚ। ਹਾਂਜੀ, ਤੇਹ ਘਟ ਬ੍ਰਹਮ ਨਿਵਾਸ। ਮਹਾਰਾਜ ਕਹਿਣ ਲੱਗੇ ਉਹਦੇ ਅੰਦਰ ਰੱਬ ਵਸਦਾ ਤੇ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਉਹਦੇ ਅੰਦਰ ਰੱਬ ਵਸਦਾ ਚ, ਜਿਹਨੇ ਮਾਇਆ ਦੀ ਮੇਰ ਛੱਡਤੀ, ਦੂਜਾ ਬੰਦਾ ਨਹੀਂ ਤੇ ਛੱਡ ਸਕਦਾ। ਮਹਾਰਾਜ ਕਹਿੰਦੇ ਮਾਇਆ ਤਜੀ ਤੋ ਕਿਆ ਹੁਆ, ਜੋ ਮਾਨ ਤਜਿਆ ਨਾ ਜਾਏ। ਮਾਨ ਤੇ ਛੱਡਿਆ ਹੀ ਨਹੀਂ। ਜਿਹਨੇ ਮਾਇਆ ਦਾ ਮਾਣ ਵੀ ਛੱਡ ਦਿੱਤਾ, ਉਸ ਬੰਦੇ ਦੇ ਅੰਦਰ ਰੱਬ ਵਸਦਾ ਚ। ਹਾਂਜੀ, ਜਿਹੇ ਪ੍ਰਾਨੀ ਹਉ ਮੈਂ ਤਜੀ। ਹਾਂਜੀ, ਕਰਤਾ ਰਾਮ ਪਛਾਨ। ਜਿਸ ਪੁਰਸ਼ ਨੇ ਆਪਣੇ ਅੰਦਰੋਂ ਹਉਮੈ ਵੀ ਤਿਆਗ ਦਿੱਤੀ ਜੀ, ਹਉਮੈ ਤਿਆਗ ਦਿੱਤੀ। ਮੈਂ ਕਰਨ ਵਾਲਾ, ਮੈਂ ਕਰਨ ਵਾਲਾ। ਧਿਆਨ ਨਾਲ ਸੁਣਿਓ, ਹਉਮੈ ਨੂੰ ਛੱਡਤੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ ਮਹਾਰਾਜ ਹਉਮੈ ਕਿਵੇਂ ਛੱਡੀਏ? ਮਹਾਰਾਜ ਨੇ ਅੱਧੀ ਪੰਕਤੀ ਚ ਅੱਗੇ ਉੱਤਰ ਦਿੱਤਾ, ਫਿਰ ਪੜੋ। ਜਿਹੇ ਪ੍ਰਾਨੀ ਹਉਮੈ ਤਜੀ। ਜਿਸ ਨੇ ਹਉਮੈ ਛੱਡੀ, ਕਿਵੇਂ ਛੱਡੀ? ਹਾਂਜੀ, ਕਰਤਾ ਰਾਮ ਪਛਾਨ। ਉਹਨੂੰ ਸਮਝ ਆ ਗਈ ਵੀ ਸਭ ਕੁਝ ਕਰਨ ਵਾਲਾ ਤੇ ਵਾਹਿਗੁਰੂ ਹੈ, ਮੈਂ ਤੇ ਕੁਝ ਵੀ ਨਹੀਂ ਕਰਨ ਵਾਲਾ। ਜੇ ਬੰਦਾ ਕਹੇ ਮੈਂ ਲੈਂਟਰ ਪਾਇਆ ਹੈ, ਫਿਰ ਸਮਝ ਲਓ ਉੱਥੇ ਰੱਬ ਨਹੀਂ ਵਸਦਾ। ਹਉਮੈ ਛੁੱਟੇਗੀ। ਕਿਵੇਂ ਛੁੱਟੇਗੀ? ਕਰਤਾ ਰਾਮ ਪਛਾਨ। ਸਭ ਕੁਝ ਕਰਨ ਵਾਲਾ ਰਾਮ ਨੂੰ ਪਛਾਣੇ। ਮੈਂ ਕੁਝ ਨਹੀਂ ਕੀਤਾ, ਜੋ ਕੀਤਾ ਵਾਹਿਗੁਰੂ ਜੀ ਨੇ ਕੀਤਾ ਜੀ, ਮੇਰੇ ਕੋਲੋਂ ਤੇ ਕਰਾਇਆ ਹੈ। ਮਹਾਰਾਜ ਦੀ ਇੱਕ ਇੱਕ ਬਚਨ ਬੜਾ ਕੀਮਤੀ। ਹਉਮੈ ਛੱਡਣੀ ਹੈ, ਕਿਵੇਂ ਛੱਡਣੀ ਹੈ ਨਾਲ ਇਹ ਵੀ ਦੱਸ ਦਿੱਤਾ ਜੀ। ਕਰਤਾ ਪਛਾਣੋ ਰਾਮ ਨੂੰ, ਕਰਨ ਵਾਲਾ ਸਮਝੋ ਰਾਮ ਨੂੰ। ਸਭ ਕੁਝ ਕਰਨ ਵਾਲਾ ਵਾਹਿਗੁਰੂ ਹੈ। ਜਿਹਨੇ ਇਹ ਗੱਲ ਸਮਝ ਲਈ, ਕਹੋ ਨਾਨਕ ਵਹ ਮੁਕਤ ਨਰ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਉਮੈ ਛੱਡ ਕੇ ਸਭ ਕੁਝ ਕਰਨ ਕਰਾਉਣ ਵਾਲਾ ਜਿਹਨੇ ਰਾਮ ਨੂੰ ਸਮਝਿਆ, ਉਹ ਮਨੁੱਖ ਮੁਕਤ ਹੈ ਕਹਿਣ ਲੱਗੇ। ਹਾਂਜੀ,
ਇਹ ਮਨ ਸਾਚੀ ਮਾਨ। ਇਹ ਮਨਾ ਇਹ ਗੱਲ ਨੂੰ ਸੱਚ ਕਰਕੇ ਮੰਨ ਲਾ। ਮਹਾਰਾਜ ਕਹਿਣ ਲੱਗੇ ਪੱਕੀ ਗੱਲ ਸਮਝ ਲੈ। ਬੜੇ ਸਿੱਖ ਐਸੇ ਨੇ ਸੰਗਤ ਜੀ, ਉਹ ਬੜੇ ਬੜੇ ਮਹਾਨ ਕਾਰਜ ਕਰਦੇ ਆ, ਕਦੀ ਆਪਣੀ ਮੋਹਰ ਨਹੀਂ ਲਾਉਂਦੇ ਜੀ। ਪਰ ਜਿੱਥੇ ਹਉਮੈ ਹੁੰਦੀ ਹੈ ਨਾ, ਉੱਥੇ ਜ਼ਬਰਦਸਤੀ ਆਪਣੀ ਮੋਹਰ ਲੱਗ ਜਾਂਦੀ ਜੀ। ਮੈਂ ਕੀਤਾ ਸੀਗਾ ਜੀ, ਮੈਂ ਮਸਾਂ ਹੀ ਇਹ ਕੰਮ ਕਰਵਾਇਆ ਸੀ, ਆ ਵੇਖੋ ਜੀ ਇੰਝ ਹੋ ਗਿਆ ਜੀ। ਪਰ ਬੜੇ ਬੜੇ ਸਿੰਘਾਂ ਦੇ ਦਰਸ਼ਨ ਕੀਤੇ ਆ, ਉਹ ਕਹਿੰਦੇ ਜੀ ਨਾ ਨਾ ਅਸੀਂ ਕੁਝ ਨਹੀਂ ਕੀਤਾ, ਮਹਾਰਾਜ ਦਸਵੇਂ ਪਾਤਸ਼ਾਹ ਨੇ ਜੋ ਕਰਾਇਆ ਕਰਾਇਆ ਜੀ। ਜਿਨ੍ਹਾਂ ਦੇ ਮੁਖ ਤੇ ਗੁਰੂ ਰਾਮਦਾਸ ਜੀ ਦਾ ਨਾਮ ਚੜਿਆ, ਉਹ ਕਹਿੰਦੇ ਨਾ ਨਾ ਮੈਂ ਨਹੀਂ ਕੁਝ ਕੀਤਾ, ਗੁਰੂ ਰਾਮਦਾਸ ਜੀ ਨੇ ਕੀਤਾ। ਕਈ ਕਹਿੰਦੇ ਨਾ ਨਾ ਮੈਂ ਤੇ ਕੁਝ ਵੀ ਨਹੀਂ ਕੀਤਾ, ਇਹ ਤਾਂ ਸਾਰਾ ਕੁਝ ਸਤਿਗੁਰੂ ਸਾਹਿਬ ਨੇ ਕੀਤਾ ਹੈ ਜੀ। ਕੀਤਾ ਵੀ ਸਤਿਗੁਰੂ ਸਾਹਿਬ ਨੇ ਹੀ ਹੈ। ਸਾਡੇ ਅੰਦਰੋਂ ਹੁਣੇ ਫੂਕ ਕੱਢ ਦੇਣ ਮਹਾਰਾਜ ਤੇ ਕੱਖ ਵੀ ਨਹੀਂ ਜੀ। ਮੈਂ ਆਖਾਂ ਮੈਂ ਬਹੁਤ ਸੋਹਣੀ ਕਥਾ ਕੀਤੀ, ਮੇਰੇ ਵਰਗਾ ਨਖਿੱਧ ਬੰਦਾ ਕੋਈ ਨਹੀਂ ਹੋਏਗਾ। ਸਤਿਗੁਰੂ ਜੀ ਨੇ ਕਰਾ ਲਈ, ਤੁਸੀਂ ਸਾਧ ਸੰਗਤ ਜੀ ਸੁਣ ਰਹੇ ਹੋ। ਜੇ ਮਹਾਰਾਜ ਸੱਤਿਆ ਹੀ ਨਾ ਪਾਉਂਦੇ ਤੇ ਕਿਵੇਂ ਹੋਣੀ ਸੀਗੀ ਜੀ। ਮਹਾਰਾਜ ਕਹਿਣ ਲੱਗੇ ਇਹ ਭਾਵ ਰੱਖੋਗੇ ਪਿਆਰਿਓ, ਮੁਕਤ ਹੋ ਜਾਓਗੇ। ਹਾਂਜੀ। ਭੈ ਨਾਸਨ ਦੁਰਮਤ ਹਰਨ। ਹੁਣ ਸਾਧ ਸੰਗਤ ਜੀ ਹਜੂਰ ਮਹਾਰਾਜ ਦੱਸਦੇ ਆ, ਸੰਸਾਰ ਵਿੱਚ ਸਾਨੂੰ ਸਾਰਿਆਂ ਨੂੰ ਭੈ ਹੈ ਜਨਮ ਤੇ ਮਰਨ ਦਾ ਜੀ। ਹੋਰ ਕੋਈ ਡਰ ਹੋਵੇ ਨਾ ਹੋਵੇ, ਹਰ ਆਮ ਬੰਦਾ ਮੌਤ ਤੋਂ ਜ਼ਰੂਰ ਡਰਦਾ ਜੀ। ਟਾਈਮ ਹੋ ਗਿਆ, ਮੈਂ ਛੇਤੀ ਕਹਿ ਕੇ ਮਾਫੀ ਮੰਗਾਂਗਾ। ਮੌਤ ਤੋਂ ਜ਼ਰੂਰ ਡਰਦਾ ਜੀ। ਮੌਤ ਦਾ ਵੀ ਭੈ ਜਿਹੜਾ ਹੈ ਨਾ, ਇਹਨੂੰ ਨਾਸ ਕਰਨ ਵਾਲਾ, ਦੁਰਮਤ ਨੂੰ ਵੀ ਨਾਸ ਕਰਨ ਵਾਲਾ। ਦੁਰਮਤ ਬੜੀ ਭੈੜੀ ਚੀਜ਼ 'ਚ, ਗੱਜ ਕੇ ਆਖੋ ਵਾਹਿਗੁਰੂ। ਦੁਰਮਤ ਪਤਾ ਕੀ ਹੈ? ਦੁਰਮਤ ਦਾ ਸਿਖਰ ਕੀ 'ਚ? ਆਪਣੇ ਇਸ਼ਟ ਉੱਤੇ ਵੀ ਸ਼ੰਕਾ ਕਰ ਲੈਣਾ ਜੀ। ਦੁਰਮਤ ਦਾ ਸਿਖਰ ਹੈ। ਗੁਰਮਤ ਦਾ ਸਿਖਰ ਆਪਣੇ ਇਸ਼ਟ ਤੇ ਭਰੋਸਾ ਕਰਨਾ। ਕਈ ਵਾਰੀ ਬੰਦਿਆਂ ਨੂੰ ਆਪਣੇ ਇਸ਼ਟ ਉੱਤੇ ਵੀ ਸ਼ੰਕਾ ਹੋਣ ਲੱਗ ਪੈਂਦਾ। ਕਿਉਂ? ਦੁਰਮਤ ਹੈਗੀ ਹੈ ਅੰਦਰ ਜੀ, ਭੈੜੀ ਮੱਤ ਹੈ। ਉਹ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਸ਼ੰਕਾ ਕਰਨ ਲੱਗ ਪੈਂਦੇ। ਮਹਾਰਾਜ ਇਸ ਤਰ੍ਹਾਂ ਨਹੀਂ ਕਰ ਸਕਦੇ, ਮਹਾਰਾਜ ਇਸ ਤਰ੍ਹਾਂ ਨਹੀਂ ਕਰ ਸਕਦੇ। ਦੁਰਮਤ ਅੰਦਰ ਹੋਣੀ, ਆਪਣੇ ਇਸ਼ਟ ਤੇ ਵੀ ਸ਼ੰਕਾ ਕਰਨਾ। ਮਹਾਰਾਜ ਕਹਿਣ ਲੱਗੇ ਇਸ਼ਟ ਤੇ ਵੀ ਸ਼ੱਕ ਕਰੀ ਜਾਣਾ। ਇਹ ਜਿਹੜੀ ਗੱਲ ਹੈ, ਕਲ ਮੈਂ ਹਰ ਕੋ ਨਾਮ। ਡਰ ਜਨਮ ਮਰਨ ਦੇ ਡਰ ਨੂੰ ਦੂਰ ਕਰਨ ਵਾਲਾ, ਭੈੜੀ ਮੱਤ ਨੂੰ ਦੂਰ ਕਰਨ ਵਾਲਾ, ਨਾਸ ਕਰਨ ਵਾਲਾ ਕੌਣ ਹੈ? ਭਾਈ ਇਸ ਕਲਯੁਗ ਵਿੱਚ ਜੇ ਕੋਈ ਭੈੜੀ ਮੱਤ ਦਾ ਨਾਸ ਕਰ ਸਕਦਾ ਤੇ ਮੇਰੇ ਵਾਹਿਗੁਰੂ ਦਾ ਨਾਮ ਹੀ ਕਰ ਸਕਦਾ ਹੈ ਜੀ। ਹਾਂਜੀ। ਨਿਸ ਦਿਨ ਜੋ ਨਾਨਕ ਭਜੈ। ਤੇ ਫਿਰ ਐਸੇ ਵਾਹਿਗੁਰੂ ਦਾ ਨਾਮ ਜੇ ਕੋਈ ਰਾਤ ਦਿਨ ਜਪਦਾ ਹੀ ਰਵੇ, ਜਪਦਾ ਹੀ ਰਹੇ, ਸਫਲ ਹੋਏ ਤੇ ਕਾਮ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਦੇ ਸਾਰੇ ਕੰਮ ਹੀ ਸਫਲੇ ਹੋ ਜਾਂਦੇ ਤੇ। ਮੈਂ ਬੜੇ ਪੁਰਸ਼ ਰੋਂਦੇ ਹੋਏ ਵੇਖੇ ਆ, ਸਾਧ ਸੰਗਤ ਜੀ ਦੁਰਮਤ ਦੇ ਸ਼ਿਕਾਰ ਹੋਏ। ਕਹਿੰਦੇ ਗਿਆਨੀ ਜੀ ਕਿਸੇ ਨੂੰ ਦੱਸਿਓ ਨਾ, ਸਾਡੇ ਅੰਦਰ ਤੇ ਕਈ ਵਾਰੀ ਗੁਰੂ ਜੀ ਤੇ ਵੀ ਸ਼ੰਕਾ ਪੈਦਾ ਹੋ ਜਾਂਦਾ ਹੈ ਜੀ। ਇੰਨੀ ਅੰਦਰ ਦੀ ਹਾਲਤ ਮਾੜੀ। ਔਰ ਮੈਂ ਐਸੇ ਸਿੰਘ ਰੋਂਦੇ ਹੋਏ ਵੀ ਵੇਖੇ ਆ, ਕਹਿੰਦੇ ਜਿਹੜਾ ਕੰਮ ਸ਼ੁਰੂ ਕਰਦੇ ਆ ਪੂਰਾ ਹੀ ਨਹੀਂ ਹੁੰਦਾ, ਪੂਰਾ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਸਭ ਕੁਝ ਪੂਰਾ ਹੋਏਗਾ ਜੇ ਦਿਨ ਰਾਤ ਜਪੋਗੇ। ਟਾਈਮ ਹੋ ਗਿਆ, 1 ਮਿੰਟ ਪ੍ਰੇਮ ਨਾਲ ਜਪ ਲਓ, ਕੋਈ ਰਸਨਾ ਵਾਂਝੀ ਨਾ ਰਹੇ। ਸਾਵਧਾਨ ਹੋ ਕੇ ਨੇਤਰ ਬੰਦ ਕਰਕੇ, ਜਿਵੇਂ ਮਹਾਰਾਜ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ। ਤੁਸੀਂ ਸੁਣਿਆ, ਕਹੋ ਨਾਨਕ ਸੁਨ ਰੇ ਮਨਾ। ਮਨ ਨੂੰ ਵੀ ਨਾਮ ਸੁਣਾਉਣਾ ਹੈ ਜੀ। ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਦਿਨ ਰਾਤ ਜਿਹੜਾ ਜਪੇਗਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਦੇ ਸਾਰੇ ਕੰਮ ਪੂਰੇ ਹੋਣਗੇ ਕੋਈ ਕੰਮ ਉਹਦਾ ਅਧੂਰਾ ਨਹੀਂ ਰਹੇਗਾ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੱਜਣ